ਚੀਨ ਮਦਦ ਕਰ ਰਿਹਾ ਇਸ ਸਮੇਂ रूस की। फिर चीन ते भारत ते पाकिस्तान नूं किद्दां देखना चाहिए जे ये गल अगे वधदी है जां हुण ये देखो ना, यही तो सब तो इंटरस्टिंग गल है कि हुण तक ये समझा जाता सी भी रूस ते चीन आपस च दो जिन्हां नूं असीं कहने ना मुकाबले विच आए हुए मुल्क ने, लेकिन चीन नूं भी इस गल दी समझ है कि ये सारी खेड जिहड़ी है अमरीका दी खेड है। इसदा आने वाले समय विच भारत नूं कोई नुकसान हैगा? नुकसान की जी, ये शतरंज का खेड है, ਇਹਦੇ ਵਿੱਚ ਕੋਈ ਕਿਸੇ ਦਾ ਪੱਕਾ ਦੋਸਤ ਨਹੀਂ ਹੁੰਦਾ। ਸਮੇਂ ਅਨੁਸਾਰ ਲੋਕੀ ਆਪਣੀਆਂ ਚਾਲਾਂ ਚੱਲਦੇ ਹੈ, ਮੁਲਕ ਚਾਲਾਂ ਚੱਲਦੇ ਹੈ। ਮਤਲਬ ਅੰਤਰਰਾਸ਼ਟਰੀ ਸੰਬੰਧਾਂ ਨੂੰ ਹਮੇਸ਼ਾ ਸ਼ਤਰੰਜ ਦੀ ਖੇਡ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਹੈ। ਕਿ ਰੂਸ ਤੇ ਯੂਕਰੇਨ ਦੇ ਵਿੱਚ ਕੋਈ ਤੀਸਰਾ ਦੇਸ਼ ਵੀ ਯੁੱਧ ਵੱਲ ਵੱਧ ਸਕਦਾ ਹੈ ਕਿ ਇਹ ਦੋਨਾਂ ਦੀ ਲੜਾਈ ਇੱਥੋਂ ਤੱਕ ਸੀਮਤ ਹੈ? ਇਹ ਕਹਿਣਾ ਬੜਾ ਮੁਸ਼ਕਲ ਕੰਮ ਹੈ, ਲੇਕਿਨ ਜੇ ਤੁਸੀਂ ਇਤਿਹਾਸ ਦੇਖੋ ਹੁਣ ਤੱਕ ਦਾ, ਤਾਂ ਉਹਦੇ 'ਚ ਦੇਖਣ 'ਚ ਇਹ ਆਇਆ ਹੈ ਕਿ ਜਦੋਂ ਕਿਸੇ ਵੀ ਜਗ੍ਹਾ 'ਤੇ ਯੁੱਧ ਹੁੰਦਾ ਹੈ ਤੇ ਉਹਦੇ 'ਚ ਰੂਸ ਔਰ ਅਮਰੀਕਾ ਵਿੱਚੋਂ ਇੱਕ ਪਹਿਲਾਂ ਵੜ ਜਾਂਦਾ ਹੈ। ਯੂਕਰੇਨ ਜਦੋਂ ਯੁੱਧ ਲੜਨ ਜਾਂਦਾ ਉਸ ਤੋਂ ਪਹਿਲਾਂ ਸਟੇਟਮੈਂਟ ਆਉਂਦੀ ਸੀ ਕਿ ਠੀਕ ਹੈ ਵੀ ਨਾਟੋ ਸਾਥ ਦਊਗਾ। ਅਮਰੀਕਾ ਨੇ ਕਿਹਾ ਸੀ ਵੀ ਠੀਕ ਹੈ ਅਸੀਂ ਹਥਿਆਰਾਂ ਨੂੰ ਲੈ ਕੇ ਸਾਥ ਦੇਵਾਂਗੇ। ਫਿਰ ਨਾਟੋ ਜਾਂ ਅਮਰੀਕਾ ਹੁਣ ਮੁੱਕਰ ਕਿਉਂ ਗਿਆ? ਹੁਣ ਯੂਕਰੇਨ ਦਾ ਸਾਥ ਕਿਉਂ ਨਹੀਂ ਦੇ ਰਹੇ? ਇਹ ਬਹੁਤ ਹੀ ਅਹਿਮ ਇੱਕ ਪਹਿਲੂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸੋਵੀਅਤ ਯੂਨੀਅਨ ਹੀ ਨਹੀਂ ਰਿਹਾ ਤੇ ਉਸ ਤੋਂ ਬਾਅਦ ਯੂਰਪ 'ਚ ਜਿਹੜੇ ਅਮਰੀਕਾ ਦੇ ਸਾਥੀ ਨੇ ਨੇਟੋ ਵਿੱਚ, ਉਹਨਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਅਸੀਂ ਵੀ ਥੋੜ੍ਹੇ, ਸਾਨੂੰ ਵੀ ਸੁੱਖ ਦਾ ਸਾਹ ਹੈ ਤੇ ਹੁਣ ਅਸੀਂ ਅਮਰੀਕਾ ਦੇ ਗਲਬੇ 'ਚ ਕਿਉਂ ਰਹੀਏ। ਅਮਰੀਕਾ ਦੇ ਜਿੰਨੇ ਵੀ ਸਾਥੀ ਨੇ ਉੱਥੇ ਨੇਟੋ 'ਚ, ਉਹ ਸਾਰੇ ਨਹੀਂ ਚਾਹੁੰਦੇ ਕਿ ਰੂਸ ਨਾਲ ਵਿਗਾੜ ਕੇ ਰੱਖੀ ਜਾਏ, ਜਾਂ ਜੋ ਅਮਰੀਕਾ ਚਾਹੁੰਦਾ ਅਸੀਂ ਉਹੀ ਕਰੀਏ। ਇਹ ਖਲਲ ਪੈਦਾ ਹੋ ਸਕਦਾ? ਹਾਂ, ਉਹਦੇ 'ਚ ਕਾਫੀ ਅਲੱਗ-ਅਲੱਗ ਆਵਾਜ਼ਾਂ ਨੇ। ਫਰਾਂਸ ਔਰ ਜਰਮਨੀ ਜਿੱਦਾਂ, ਉਹ ਰੂਸ ਤੋਂ ਬਹੁਤ ਸਾਰੀ ਨੈਚੁਰਲ ਗੈਸ ਖਰੀਦਦੇ, ਤੁਸੀਂ ਪੜ੍ਹਿਆ ਹੋਣਾ। ਹੁਣ ਜਿਹੜਾ ਯੂਕਰੇਨ ਹੈ, ਇਹ ਇੱਕ ਵੱਡਾ ਮੁਲਕ ਹੈ ਜੇ ਤੁਸੀਂ ਨਕਸ਼ਾ ਦੇਖੋ ਤਾਂ। ਹੁਣ ਇਹ ਕਹਿੰਦਾ ਮੈਂ ਵੀ ਬਣਨਾ ਹੈ, ਨਹੀਂ ਇੱਥੋਂ ਦੀ ਸਰਕਾਰ ਕਹਿੰਦੀ ਨਾਟੋ ਦਾ ਹਿੱਸਾ, ਨਾਟੋ ਦਾ ਹਿੱਸਾ, ਉਹ ਕਹਿੰਦੇ ਆ ਜਾਓ। ਇੰਨੀ ਦੇਰ 'ਚ ਪੁਟਿਨ ਜਿਹੜਾ ਬੜਾ ਸਟਰੋਂਗ ਲੀਡਰ ਹੈ, ਉਹਨੇ ਕਿਹਾ ਇਹ ਕੀ ਕਰੀ ਜਾਂਦੇ ਹੋ ਯਾਰ ਤੁਸੀਂ, ਠੀਕ ਹੈ ਇਹ ਤੁਸੀਂ ਮਤਲਬ ਗੱਲ ਸਾਡੇ ਨਾਲ ਸਮਝੌਤਾ ਸਾਡੇ ਨਾਲ ਹੋਰ ਸੀ, ਹੁਣ ਤੁਸੀਂ ਇੱਕ ਇੱਕ ਕਰਕੇ ਸਾਰੇ ਬੰਦੇ ਤੋੜ ਕੇ, ਮੁਲਕ ਤੋੜ ਕੇ ਸਾਨੂੰ ਘੇਰਾ ਪਾਈ ਜਾਂਦੇ ਹੋ। ਅਮਰੀਕਾ ਨਾਲ ਲਈ ਜਾਂਦਾ। ਹਾਂ, ਅਮਰੀਕਾ ਨਾਲ ਲਈ ਜਾਂਦਾ ਜਾਂ ਨੇਟੋ ਲਈ ਜਾਂਦਾ। ਉਹ ਕਹਿੰਦੇ ਅਸੀਂ ਇਹਨੂੰ ਨੇਟੋ 'ਚ ਨਹੀਂ ਜਾਣ ਦੇਣਾ। ਨੇਟੋ 'ਚ ਚਲਾ ਵੀ ਜਾਂਦਾ ਜੇ ਯੂਕਰੇਨ, ਤਾਂ ਉਸ ਵਿੱਚ ਫਿਰ ਰੂਸ ਨੂੰ ਕੀ ਘਾਟਾ ਹੋ ਸਕਦਾ? ਰੂਸ ਨੂੰ ਘਾਟਾ ਇਹ ਹੋ ਸਕਦਾ ਵੀ ਜੇ ਮੰਨ ਲਓ ਪਾਕਿਸਤਾਨ ਚੀਨ ਦੇ ਨਾਲ ਮਿਲ ਕੇ ਇੱਕ ਮਿਲਟਰੀ ਅਲਾਇੰਸ ਕਰਕੇ ਚੀਨ ਦੀਆਂ ਮਿਸਾਈਲਾਂ ਹੈ ਨਹੀਂ ਲਾਹੌਰ 'ਚ ਲੱਗ ਜਾਣ, ਤੇ ਹਿੰਦੁਸਤਾਨ ਨੂੰ ਕੀ ਖਤਰਾ ਹੋ ਸਕਦਾ ਹੈ? ਉਹੀ ਖਤਰਾ ਹੋ ਸਕਦਾ ਵੀ ਉਹ ਜਗ੍ਹਾ ਇਸਤੇਮਾਲ ਕਰ ਸਕਦਾ। ਹਾਂ, ਮਿਲਟਰੀ ਅਲਾਇੰਸ ਹੈ ਨਾ, ਨੇਟੋ ਦਾ ਮਿਲਟਰੀ ਅਲਾਇੰਸ ਹੈ। ਮਿਲਟਰੀ ਨੇਟੋ ਫੋਰਸਿਸ ਜਿਹੜੀਆਂ ਹੈਗੀਆਂ ਉਹ ਕਿਤੇ ਵੀ ਜਾ ਕੇ ਬਹਿ ਸਕਦੀਆਂ। ਕੋਈ ਮਤਲਬ ਇਹ ਨਹੀਂ ਹੈ ਵੀ ਕੋਈ ਟੁੱਟ ਕੇ ਯੂਕਰੇਨ ਗਿਆ, ਉਹ ਤਾਂ ਮਤਲਬ ਉਹ ਉਸ ਸਮਝੌਤੇ ਦਾ ਹਿੱਸਾ ਹੀ ਸੀ। ਸੋ ਯੂਕਰੇਨ ਦੇ ਖਿਲਾਫ ਰੂਸ ਨੂੰ ਕੋਈ ਸ਼ਿਕਾਇਤ ਨਹੀਂ ਮੇਰੇ ਹਿਸਾਬ ਨਾਲ। ਉਹ ਕਹਿੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਨਾ ਰਲੋ, ਵੀ ਨਾਟੋ ਦਾ ਹਿੱਸਾ ਨਾ ਬਣੋ। ਹਾਂ, ਨਾਟੋ ਦਾ ਹਿੱਸਾ ਨਾ ਬਣੋ। ਜਦੋਂ ਸੋਵੀਅਤ ਸੰਘ ਟੁੱਟਿਆ, ਅਮਰੀਕਾ ਨੇ ਕਹਿ ਦਿੱਤਾ, ਇੱਕ ਭਰੋਸਾ ਦਿੱਤਾ ਵੀ ਸਾਡੇ ਕੋਲ ਇੰਨੀ ਦੇਸ਼ ਨੇ, ਇੰਨੀ ਰਹਿਣਗੇ, 30 ਦੇਸ਼ ਦਾ ਜ਼ਿਕਰ ਹੁੰਦਾ। ਫਿਰ ਪਿੱਠ ਵਿੱਚ ਛੁਰਾ ਕਿੰਨੇ ਮਾਰਿਆ? ਕਿ ਅਮਰੀਕਾ ਆਪਣੀ ਗੱਲ ਤੇ ਸਹੀ ਰਿਹਾ, ਫਿਰ ਕਿਉਂ ਯੂਕਰੇਨ ਨੂੰ ਨਾਲ ਲੈਣਾ ਚਾਹੁੰਦਾ ਨਾਟੋ ਵਿੱਚ? ਕਿ ਜੇ ਇਹ ਦੋ ਇੱਕ ਰਸਤੇ 'ਚ ਰੋੜੇ ਨਾ ਹੋਣ, ਹੈ ਜੀ, ਇੱਕ ਤਾਂ ਉਹਨਾਂ ਨੂੰ ਚੀਨ ਤੋਂ ਬੜਾ ਖਤਰਾ ਲੱਗਦਾ ਅੱਜ ਕੱਲ੍ਹ, ਠੀਕ ਹੈ, ਕਿ ਚੀਨ ਸਾਡੇ ਮੁਕਾਬਲੇ 'ਚ ਖੜਾ ਹੋ ਰਿਹਾ, ਤੇ ਦੂਜਾ ਉਹਨਾਂ ਨੂੰ ਲੱਗਦਾ ਹੈ ਕਿ ਰੂਸ ਪੁਤਿਨ ਦੇ ਪ੍ਰੈਜ਼ੀਡੈਂਟਸ਼ਿਪ, ਕਿਉਂਕਿ ਸਟਰੋਂਗ ਲੀਡਰ ਹੈ, ਇਹ ਦੁਬਾਰਾ ਖੜਾ ਹੋ ਰਿਹਾ। 1991 ਤੱਕ ਜਾਂਦੇ ਹਾਂ, ਜਦੋਂ ਸੋਵੀਅਤ ਟੁੱਟ ਜਾਂਦਾ, ਹਾਂਜੀ, ਉਹ ਦੇਸ਼ ਆਜ਼ਾਦ ਹੋ ਜਾਂਦਾ ਯੂਕਰੇਨ। ਹਾਂ, ਉਸ ਤੋਂ ਬਾਅਦ ਫਿਰ ਨਾਟੋ ਕਿਉਂ ਬਰਕਰਾਰ ਰਹਿੰਦਾ ਹੈ? ਨਾਟੋ ਕਿਉਂ ਨਹੀਂ ਟੁੱਟਦਾ? ਇਹੀ ਤੇ ਵੱਡੀ ਗੱਲ ਹੈ। ਨੇਟੋ ਦਾ ਸਾਫ਼ ਪਰਪਸ ਇਹ ਸੀਗਾ ਕਿ ਜਿਹੜਾ ਖਤਰਾ ਸੋਵੀਅਤ ਸੰਘ ਤੋਂ ਹੈ ਯੂਰਪ ਨੂੰ, ਅਸੀਂ ਯੂਰਪ ਨੂੰ ਉਸ ਤੋਂ ਬਚਾ ਕੇ ਰੱਖਾਂਗੇ ਨੇਟੋ ਦੇ ਥਰੂ। ਇਹ ਮਿਲਟਰੀ ਅਲਾਇੰਸ ਹੈ, ਠੀਕ ਹੈ। ਦੂਜੇ ਪਾਸੇ ਸੋਵੀਅਤ ਯੂਨੀਅਨ ਨੇ ਕਿਹਾ ਕਿ ਸਾਨੂੰ ਖਤਰਾ ਹੈਗਾ ਅਮਰੀਕਾ ਤੋਂ ਔਰ ਅਮਰੀਕਾ ਦੇ ਪਿੱਠੂ ਪੱਛਮੀ ਦੇਸ਼ਾਂ ਤੋਂ। ਗੱਲ ਕਰਾਂਗੇ ਯੂਕਰੇਨ ਤੇ ਰੂਸ ਦੀ। ਅਲੱਗ-ਅਲੱਗ ਤਰੀਕੇ ਨਾਲ ਮੀਡੀਆ ਦੇ ਵਿੱਚ ਖਬਰਾਂ ਤੁਹਾਨੂੰ ਮਿਲ ਗਈਆਂ ਹੋਣੀਆਂ ਨੇ, ਯੁੱਧ ਲੱਗਿਆ ਹੋਇਆ ਹੈ, ਪਰ ਇਸ ਯੁੱਧ ਨੂੰ ਹੋਰ
ਬਰੀਕੀ ਨਾਲ ਦੇਖਣਾ ਪੈਣਾ ਹੈ ਇਹ ਯੁੱਧ ਹੋ ਕਿਉਂ ਰਿਹਾ ਹੈ, ਇਸ ਵਿੱਚ ਕਿਹੜੇ ਦੇਸ਼ ਦੀ ਕੀ ਭੂਮਿਕਾ ਹੋਏਗੀ, ਕਿ ਵਾਕਈ ਹੀ ਇਹ ਯੁੱਧ ਹਥਿਆਰਾਂ ਨੂੰ ਲੈ ਕੇ ਜਾਂ ਹਥਿਆਰਾਂ ਦੀ ਵਿਕਰੀ ਨੂੰ ਲੈ ਕੇ ਵੀ ਹੈ, ਕਿ ਇਹ ਯੁੱਧ ਆਪਣੇ ਆਪ ਨੂੰ ਪਾਵਰਫੁਲ ਘੋਸ਼ਿਤ ਕਰਨ ਵਾਸਤੇ ਵੀ ਹੈ। ਇਹ ਯੁੱਧ ਹੋ ਕਿਉਂ ਰਿਹਾ ਹੈ, ਇਸ ਦੀ ਸਾਰੀ ਵਜ੍ਹਾ, ਇਸ ਦੀ ਸਾਰੀ ਜੜ ਪਈ ਹੈ ਪਿਛਲੇ ਕਈ ਦਹਾਕਿਆਂ ਵਿੱਚ। ਚਰਚਾ ਉਸ ਉੱਪਰ ਕਰਾਂਗੇ 1918 ਦੇ ਵਿੱਚ ਜਦੋਂ ਯੂਕਰੇਨ ਅਲੱਗ ਹੁੰਦਾ ਰੂਸ ਤੋਂ, ਇੱਕ ਸੋਵੀਅਤ ਸੰਘ ਬਣਦਾ ਜਿਸ ਵਿੱਚ ਕਈ ਦੇਸ਼ ਹੁੰਦੇ ਨੇ, ਤੇ 1991 ਵਿੱਚ ਸੋਵੀਅਤ ਸੰਘ ਟੁੱਟ ਜਾਂਦਾ, ਪਰ ਨਾਟੋ ਨਹੀਂ ਟੁੱਟਦਾ। ਨਾਟੋ ਵਿੱਚ 30 ਦੇਸ਼ ਨੇ, ਨਾਟੋ ਇੱਕ ਸੰਸਥਾ ਜਿਸ ਵਿੱਚ 30 ਦੇਸ਼ ਨੇ, ਉਹ 30 ਦੇਸ਼ਾਂ ਵਿੱਚ ਕੋਈ ਵੀ ਦੇਸ਼ ਹਮਲਾ ਕਰਦਾ ਤਾਂ ਫਿਰ 30 ਦੇਸ਼ਾਂ ਦੀ ਫੌਜ ਇਕੱਠੀ ਵਰਤੀ ਜਾਂਦੀ ਹੈ। ਸੋਵੀਅਤ ਟੁੱਟ ਜਾਂਦਾ ਪਰ ਨਾਟੋ ਨਹੀਂ ਟੁੱਟਦਾ। ਨਾਟੋ ਦਾ ਮੁਖੀ ਅਮਰੀਕਾ ਹੈ। ਯੂਕਰੇਨ ਵਿੱਚ ਇਸ ਸਮੇਂ ਲੜਾਈ ਲੱਗੀ ਹੋਈ ਹੈ। ਪਹਿਲਾਂ ਨਾਟੋ ਨੇ ਕਿਹਾ ਸੀ ਕਿ ਯੂਕਰੇਨ ਦਾ ਸਾਥ ਦੇਣਗੇ, ਬਾਅਦ ਵਿੱਚ ਪੈਰ ਪਿੱਛੇ ਖਿੱਚ ਲਏ ਨੇ। ਕਈ ਇਹ ਵੀ ਚਰਚਾ ਕਰਦੇ ਨੇ ਕਿ ਅਮਰੀਕਾ ਨਾਲ ਨਾ ਦੁਸ਼ਮਣੀ ਚੰਗੀ ਹੈ ਤੇ ਨਾ ਹੀ ਦੋਸਤੀ, ਕਿ ਵਾਕਈ ਹੀ ਅਮਰੀਕਾ ਇਸ ਜੰਗ ਨੂੰ ਜਾਂ ਇਸ ਯੁੱਧ ਨੂੰ ਰੋਕ ਸਕਦਾ ਹੈ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਇਤਿਹਾਸ ਪੱਖੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਹ ਸਾਡੇ ਨਾਲ ਮੌਜੂਦ ਹੋਣਗੇ ਭੁਪਿੰਦਰ ਸਿੰਘ ਬਰਾੜ, ਜੋ ਕਿ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ। ਇੰਟਰੋ ਕਰਨ ਦਾ ਮਕਸਦ ਇਹੀ ਹੁੰਦਾ ਕਿ ਪੋਲੀਟੀਕਲ ਚੀਜ਼ਾਂ ਨੂੰ ਦੇਖਦੇ ਨੇ, ਵਾਚਦੇ ਨੇ, ਜਿਨ੍ਹਾਂ ਨੇ ਇਤਿਹਾਸ ਪੱਖੋਂ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ, ਦੱਸਦੇ ਨੇ, ਇਹ ਉਸ ਚੀਜ਼ ਉੱਪਰ ਜ਼ਿਆਦਾ ਡੂੰਘਾਈ ਨਾਲ ਦੱਸ ਸਕਦੇ ਨੇ। ਤਾਂ ਚਰਚਾ ਪਹਿਲਾਂ ਨਾਲ ਕਰਾਂਗੇ, ਸ਼ੁਰੂਆਤ ਕਰਾਂਗੇ ਇਤਿਹਾਸ ਕੀ ਕਹਿੰਦਾ, ਕਿ ਵਾਕਈ ਇਸ ਜੰਗ ਦਾ ਮੁੱਢ ਇਤਿਹਾਸ 'ਚ ਕਿਤੇ ਪਿਆ। ਸਾਡੇ ਨਾਲ ਮੌਜੂਦ ਨੇ ਇਸ ਸਮੇਂ ਭੁਪਿੰਦਰ ਸਿੰਘ ਬਰਾੜ, ਚਰਚਾ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਥੈਂਕ ਯੂ। ਸਰ ਪਹਿਲਾਂ ਮੇਰਾ ਇਹ ਸਵਾਲ ਹੈ ਕਿ ਯੂਕਰੇਨ ਤੇ ਰੂਸ ਦਾ ਇਸ ਸਮੇਂ ਯੁੱਧ ਲੱਗਿਆ ਹੋਇਆ ਹੈ। ਇਤਿਹਾਸ ਦੀ ਗੱਲ ਕਰੀਏ, ਪਿੱਛੇ ਜਾ ਕੇ ਨਜ਼ਰ ਮਾਰਨੀ ਪੈਣੀ ਹੈ, ਕਿਉਂਕਿ ਲੋਕ ਸਿਰਫ ਤਸਵੀਰਾਂ ਦੇਖ ਰਹੇ ਨੇ, ਵੀਡੀਓ ਦੇਖ ਰਹੇ ਨੇ ਕਿ ਜੰਗ ਲੱਗੀ ਹੋਈ ਹੈ। ਮਤਲਬ ਸਮਝਣਾ ਚਾਹੁੰਦੇ ਨੇ ਇਸ ਦਾ ਮਕਸਦ ਕੀ ਹੈ, ਕਿਉਂ ਲੱਗੀ ਹੋਈ ਹੈ, ਕਿ ਇਹ ਜੰਗ ਇੰਡੀਆ ਦੇ ਦਰਵਾਜ਼ੇ ਤੱਕ ਵੀ ਆ ਜਾਊਗੀ। ਉਹ ਸਭ ਤੋਂ ਅਹਿਮ ਸਵਾਲ ਹੈ ਕਿ ਯੂਕਰੇਨ ਅਲੱਗ ਕਿਉਂ ਹੁੰਦਾ ਰੂਸ 'ਚ 1918 'ਚ। ਦੇਖੋ ਗੱਲ ਇਹ ਹੈ ਕਿ ਯੂਕਰੇਨ ਜਿਹੜਾ ਮੁਲਕ ਅੱਜ ਹੈ, ਇਹਦੀਆਂ ਸਰਹੱਦਾਂ ਹਮੇਸ਼ਾ ਇਦਾਂ ਦੀਆਂ ਨਹੀਂ ਸੀ। ਸੱਚ ਤਾਂ ਇਹ ਹੈ ਕਿ ਬਹੁਤੇ ਮੁਲਕਾਂ ਦੀਆਂ ਸਰਹੱਦਾਂ ਬਦਲਦੀਆਂ ਰਹੀਆਂ ਨੇ ਇਤਿਹਾਸ 'ਚ। ਯੂਕਰੇਨ ਦੀਆਂ ਵੀ ਸਰਹੱਦਾਂ ਇਹ ਨਹੀਂ ਸੀ। ਉਹ ਕਈ ਵਾਰੀ ਉਹਦਾ ਕੁਝ ਹਿੱਸਾ ਪੋਲੈਂਡ ਚਲਾ ਜਾਂਦਾ ਸੀ, ਕਈ ਵਾਰੀ ਕਿਸੇ ਹੋਰ ਜਗ੍ਹਾ ਚਲਾ ਜਾਂਦਾ ਸੀ। ਉਹ ਕਦੇ ਫੈਲਦਾ ਸੀ, ਕਦੇ ਸੁੰਗੜਦਾ ਸੀ, ਤੇ ਜਿਹੜੇ ਉਹਦੇ ਆਸੇ-ਪਾਸੇ ਇਲਾਕੇ ਜੁੜਦੇ ਸੀ ਉਹ ਕਦੇ ਨਾਲ ਹੁੰਦੇ ਸੀ ਤੇ ਕਦੇ ਨਹੀਂ ਵੀ ਸੀ ਹੁੰਦੇ। ਠੀਕ ਹੈ, ਇਹ ਯੂਕਰੇਨ ਬਾਰੇ ਸੱਚ ਹੈ। ਯੂਕਰੇਨ ਕੋਈ 18ਵੀਂ ਸਦੀ ਦੇ ਐਂਡ 'ਚ ਜਾ ਕੇ ਰੂਸ ਦੇ ਅੰਪਾਇਰ 'ਚ ਸ਼ਾਮਲ ਕਰ ਲਿਆ ਜਾਂਦਾ ਹੈ, ਜ਼ਾਰਸਿਸ ਜਿਹੜੇ ਉੱਥੇ ਅੰਪਾਇਰ ਸੀ ਉਹਨਾਂ ਵੱਲੋਂ। ਸੋ ਪੂਰੀ ਦੀ ਪੂਰੀ ਜਿਹੜੀ 19ਵੀਂ ਸਦੀ ਹੈ ਉਹਦੇ 'ਚ ਯੂਕਰੇਨ ਰੂਸ ਦਾ ਹਿੱਸਾ ਸੀ। ਜ਼ਾਰਿਸਟ ਰਸ਼ੀਆ ਅੰਪਾਇਰ ਜਿਹੜਾ ਸੀ ਉਹਦਾ ਹਿੱਸਾ ਸੀ। ਜਿਸ ਵੇਲੇ ਇਨਕਲਾਬ ਹੁੰਦਾ ਹੈ ਔਰ ਲੈਨਿਨ ਉਹਦਾ ਲੀਡਰ ਹੈ, ਉਹਨੇ ਇਹ ਕਿਹਾ ਕਿ ਜ਼ਾਰਿਸਟ ਜਿਹੜੇ ਸੀਗੇ ਉਹ ਤਾਂ ਇੰਪੀਰੀਅਲਿਸਟ ਸੀਗੇ, ਸਾਡਾ ਉਹਨਾਂ ਨਾਲ ਕੁਝ ਲੈਣਾ ਦੇਣਾ ਨਹੀਂ, ਅਸੀਂ ਤਾਂ ਸਮਾਜਵਾਦੀਆਂ, ਅਸੀਂ ਕ੍ਰਾਂਤੀਕਾਰੀ ਹਾਂ। ਉਹਨਾਂ ਨੇ ਜਿਹੜੇ ਇਲਾਕੇ ਜ਼ਬਰਦਸਤੀ ਆਪਣੇ ਨਾਲ ਮਿਲਾ ਲਏ ਸੀ, ਹੈ ਜੀ, ਅਸੀਂ ਉਹਨਾਂ ਇਲਾਕਿਆਂ ਦੇ ਲੋਕਾਂ 'ਤੇ ਛੱਡਦੇ ਹਾਂ ਕਿ ਉਹ ਸਾਡੇ ਨਾਲ ਰਹਿਣਾ ਚਾਹੁੰਦੇ ਆ ਕਿ ਨਹੀਂ ਰਹਿਣਾ ਚਾਹੁੰਦੇ। ਜੇ ਰਹਿਣਗੇ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ, ਪਰ ਰਹਿਣਗੇ ਉਹ ਆਪਣੀ ਮਰਜ਼ੀ ਨਾਲ। ਜੇ ਉਹ ਨਹੀਂ ਰਹਿਣਾ ਚਾਹੁੰਦੇ ਤਾਂ ਸਾਡੇ ਵੱਲੋਂ ਭਾਵੇਂ ਉਹ ਅੱਡ ਹੋ ਜਾਣ, ਕਿਉਂਕਿ ਉਹਦੀ ਇੱਕ ਬੜੀ ਫੇਮਸ ਫਰੇਜ਼ ਹੈ ਲੈਨਿਨ ਦੀ ਕਿ ਜ਼ਾਰਿਸਟ ਰਸ਼ੀਆ ਜਿਹੜਾ ਸੀਗਾ, ਇਟ ਵਾਜ਼ ਅ ਪ੍ਰਿਜ਼ਨ ਹਾਊਸ ਆਫ ਨੇਸ਼ਨਸ ਐਂਡ ਪੀਪਲਸ, ਹੈ ਜੀ। ਉਹ ਤਾਂ ਇੱਕ ਜੇਲ੍ਹ ਸੀ, ਜ਼ਬਰਦਸਤੀ ਡੱਕੇ ਹੋਏ ਸੀ, ਤੇ ਅਸੀਂ ਕਿਸੇ ਨੂੰ ਡੱਕਣ 'ਚ ਯਕੀਨ ਨਹੀਂ ਕਰਦੇ। ਜੇ ਤੁਸੀਂ ਭਰਾਵਾਂ ਵਾਂਗੂ ਸਾਡੇ ਦੇ ਨਾਲ ਰਹਿਣਾ ਚਾਹੁੰਦੇ ਹੋ, ਆਪਾਂ ਰਲ ਮਿਲ ਕੇ ਮਿਲਵਰਤਨ ਦੇ ਨਾਲ ਇੱਕ ਵਧੀਆ ਸਮਾਜ ਬਣਾਵਾਂਗੇ। ਜੇ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਤਾਂ ਅੱਡ ਹੋ ਜਾਓ। ਫਿਨਲੈਂਡ ਉਹਦਾ ਇੱਕ ਹਿੱਸਾ ਸੀ ਜਿਹੜਾ ਅੱਡ ਹੋ ਗਿਆ ਉਸ ਵੇਲੇ, ਉਹ ਔਰ ਯੂਕਰੇਨ ਦੂਜਾ ਸੀ ਜਿੱਥੇ ਅੱਡ ਹੋਣ ਦੀ ਗੱਲ ਹੋਈ, ਰਾਈਟ। ਇਹ ਗੱਲ 1917-18 ਦੀ ਹੈ। ਔਰ ਲੇਕਿਨ ਇਹ ਵੀ ਹੋਇਆ ਕਿ ਯੂਕਰੇਨ ਦੇ ਵਿੱਚ ਇੱਕ ਮਤ ਨਹੀਂ ਸੀ ਚੀਜ਼ਾਂ ਬਾਰੇ। ਕੁਝ ਲੋਕ ਸੀ ਜਿਹੜੇ ਉਸ ਵੇਲੇ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਰਸ਼ੀਅਨ ਸੋਸ਼ਲਿਸਟ ਫੈਡਰੇਸ਼ਨ, ਰਾਈਟ। ਉਹ ਉਹਦੇ ਨਾਲ ਰਹਿਣਾ ਚਾਹੁੰਦੇ ਸੀ, ਕੁਝ ਅੱਡ ਹੋਣਾ ਚਾਹੁੰਦੇ ਸੀ।
ਉਹਨਾਂ ਦੇ ਆਪਸ 'ਚ ਮਤਭੇਦ ਕਰਕੇ ਮਤਲਬ ਕੋਈ ਇੱਕ ਰਾਏ ਨਹੀਂ ਸੀ ਬਣ ਰਹੀ, ਤੇ ਉੱਥੇ ਸਿਵਲ ਵਾਰ ਸ਼ੁਰੂ ਹੋ ਗਈ। ਠੀਕ ਹੈ, ਇਹ ਪਿਛੋਕੜ ਦਾ ਇੱਕ ਹਿੱਸਾ ਹੈ। ਦੂਜਾ ਹਿੱਸਾ ਇਹ ਹੈਗਾ ਕਿ 1917 'ਚ ਇਨਕਲਾਬ ਹੋਇਆ। 1918 'ਚ ਬਹੁਤ ਸਾਰੀਆਂ ਪੱਛਮੀ ਤਾਕਤਾਂ ਨੇ ਇਕੱਠੇ ਹੋ ਕੇ ਛੜਯੰਤਰ ਕਰਕੇ ਸੋਵੀਅਤ ਕ੍ਰਾਂਤੀ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਉਹਨਾਂ ਨੇ ਬੰਦੇ ਅੱਗੇ ਲਾ ਲਏ, ਜਿੱਦਾਂ ਮਤਲਬ ਹੁੰਦਾ ਨਾ ਕਿ ਤੁਸੀਂ ਪਿੱਛੋਂ ਮਦਦ ਕਰੀ ਜਾਂਦੇ ਹੋ, ਇਹ ਤਾਲਿਬਾਨ ਨੇ ਜੀ, ਇਹ ਫਲਾਣੇ ਨੇ, ਇਹ ਟਮਕਾਨੇ ਨੇ। ਉਹਨੂੰ ਵਾਈਟ ਰੈਵੋਲੂਸ਼ਨ ਦਾ ਨਾਂ ਦਿੱਤਾ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੈਨਿਨ ਦੀ ਸਰਕਾਰ ਡਿੱਗ ਪਵੇ। ਜਦੋਂ ਇਹ ਸਥਿਤੀ ਪੈਦਾ ਹੋ ਗਈ, ਫਿਰ ਲੈਨਿਨ ਨੂੰ ਆਪਣੀਆਂ ਉਹ ਸਾਰੀਆਂ ਗੱਲਾਂ ਨੂੰ ਬਦਲਣਾ ਪਿਆ। ਉਹਨੇ ਕਿਹਾ ਕਿ ਦੇਖੋ, ਗੱਲ ਇਹ ਹੈ ਕਿ ਅਸੀਂ ਆਜ਼ਾਦੀ ਦੇਣਾ ਚਾਹੁੰਦੇ ਹਾਂ, ਪਰ ਜਿੱਥੇ ਇੱਕ ਮਤ ਨਹੀਂ ਹੈਗੇ ਲੋਕ, ਔਰ ਜਿੱਥੇ ਸਾਨੂੰ ਲੱਗ ਰਿਹਾ ਕਿ ਪੱਛਮੀ ਤਾਕਤਾਂ ਕਰਕੇ ਸਾਡੇ ਨਾਲੋਂ ਅੱਡ ਹੋਣ ਦੀ ਕੋਸ਼ਿਸ਼ ਕਰ ਰਹੇ, ਤਾਂ ਉਹਨਾਂ ਦੀ ਝੋਲੀ 'ਚ ਪੈਣਗੇ। ਸੋ ਉਸ ਵੇਲੇ ਉੱਥੇ ਫਿਰ ਸੋਵੀਅਤ ਯੂਨੀਅਨ ਨੇ ਮਦਦ ਕੀਤੀ ਯੂਕਰੇਨ ਦੇ ਉਸ ਧੜੇ ਦੀ, ਜਿਹੜਾ ਕਿ ਸੋਵੀਅਤ ਯੂਨੀਅਨ ਵਿੱਚ ਹੀ ਰਹਿਣਾ ਚਾਹੁੰਦਾ ਸੀ। ਠੀਕ ਹੈ, ਸੋ ਅੱਡ ਹੋਇਆ ਥੋੜ੍ਹੀ ਦੇਰ ਵਾਸਤੇ ਯੂਕਰੇਨ, ਲੇਕਿਨ ਉੱਥੇ ਸਿਵਲ ਵਾਰ ਹੋ ਗਈ। ਸਿਵਲ ਵਾਰ ਦੇ ਵਿੱਚ ਇੱਕ ਧੜਾ ਰੂਸ ਦੇ ਨਾਲ, ਸੋਵੀਅਤ ਯੂਨੀਅਨ ਦੇ ਨਾਲ, ਤੇ ਇੱਕ ਪਰਾਂ, ਰਾਈਟ। ਔਰ ਉਸ ਤੋਂ ਬਾਅਦ ਲੈਨਿਨ ਨੇ ਇਹ ਕਿਹਾ ਕਿ ਤੁਸੀਂ ਸਾਡੇ ਨਾਲ ਰਹੋ, ਠੀਕ ਹੈ, ਤੁਹਾਨੂੰ ਅਸੀਂ ਪੂਰੀ ਜਿਹਨੂੰ ਕਹਿੰਦੇ ਨੇ ਆਜ਼ਾਦੀ ਦਿਆਂਗੇ, ਤੁਸੀਂ ਆਪਣੇ ਤਰੀਕੇ ਨਾਲ ਆਪਣੇ ਕਲਚਰ ਨੂੰ ਸੰਭਾਲੋ, ਆਪਣੀ ਜ਼ੁਬਾਨ ਨੂੰ ਸੰਭਾਲੋ, ਆਪਣਾ ਜੋ ਚਾਹੁੰਦੇ ਹੋ ਉਹ ਕਰੋ। ਲੈਨਿਨ ਦੀ ਇਹ ਪਾਲਿਸੀ ਸਿਰਫ ਯੂਕਰੇਨ ਬਾਰੇ ਨਹੀਂ ਸੀ, ਲੈਨਿਨ ਦੀ ਇਹ ਪਾਲਿਸੀ ਉਹ ਸਾਰੇ ਹੀ ਮੁਲਕਾਂ ਬਾਰੇ ਜਾਂ ਪ੍ਰਾਂਤਾਂ ਬਾਰੇ ਸੀ ਜਿਹੜੇ ਕਿ ਰੂਸੀ ਨਹੀਂ ਸੀ ਮੂਲ ਭੂਤ। ਠੀਕ ਹੈ, ਉਹਦੇ ਵਿੱਚੋਂ ਯੂਕਰੇਨ ਸਿਰਫ ਇੱਕ ਐਗਜ਼ਾਮਪਲ ਹੈ। ਔਰ ਉਸ ਤੋਂ ਬਾਅਦ ਜਿਸ ਵੇਲੇ ਇਹ ਸਾਰੀ ਹੋਇਆ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਵੈਸਟਰਨ ਪਾਵਰਸ ਨੇ ਰੂਸ ਦੀ ਕ੍ਰਾਂਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਫਿਰ ਉਹਨੇ ਪੈਂਤੜਾ ਬਦਲ ਲਿਆ। ਉਹਨਾਂ ਨੇ ਕਿਹਾ ਵੀਰ ਇੱਦਾਂ ਨਹੀਂ, ਠੀਕ ਹੈ। ਥੋੜ੍ਹੀ ਦੇਰ ਬਾਅਦ ਲੈਨਿਨ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਸਟਾਲਿਨ ਪਾਵਰ 'ਚ ਆ ਜਾਂਦਾ। ਸਟਾਲਿਨ ਬਹੁਤ ਅਲੱਗ ਸੁਭਾਅ ਦਾ ਬੰਦਾ ਸੀ। ਉਹਨੇ ਕਿਹਾ ਸਾਡਾ ਹਿੱਸਾ ਉਹ, ਤੁਸੀਂ ਕਿਤੇ ਨਹੀਂ ਜਾ ਸਕਦੇ। ਠੀਕ ਹੈ, ਸੋ ਸਟਾਲਿਨ ਦੇ ਹਿੱਸੇ 'ਚ ਯੂਕਰੇਨ ਓਬਵੀਅਸਲੀ ਸੋਵੀਅਤ ਯੂਨੀਅਨ ਦਾ ਹਿੱਸਾ ਬਣਿਆ ਰਿਹਾ। ਇਹ ਬਹੁਤ ਹੀ ਇੱਕ ਆਮ ਲੋਕਾਂ ਨੂੰ ਪਤਾ ਨਹੀਂ ਹੋਏਗਾ, ਕਿਸੇ ਹੋਰ ਮੁਲਕ 'ਚ ਨਹੀਂ ਹੁੰਦਾ। ਸੋਵੀਅਤ ਯੂਨੀਅਨ ਦੇ ਜਿੰਨੇ ਵੀ ਕੌਂਸਟੀਟਿਊਸ਼ਨ ਬਣੇ, ਉਹਨਾਂ ਸਾਰਿਆਂ 'ਚ ਇਹ ਇੱਕ ਰਾਈਟ ਦਿੱਤਾ ਗਿਆ ਜਿਹਨੂੰ ਕਹਿੰਦੇ ਰਾਈਟ ਟੂ ਸੈਸੈਸ਼ਨ, ਕਿ ਕੋਈ ਅੱਡ ਹੋਣਾ ਚਾਹੁੰਦਾ ਸਾਡੇ ਨਾਲੋਂ ਤੇ ਉਹਨੂੰ ਅੱਡ ਹੋਣ ਦਾ ਹੱਕ ਹੈ। ਦੁਨੀਆ ਦਾ ਕੋਈ ਮੁਲਕ ਇਹ ਨਹੀਂ ਕਹਿੰਦਾ ਆਪਣੇ ਸੰਵਿਧਾਨ 'ਚ ਲਿਖ ਕੇ ਕਿ ਭਾਈ ਅਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਨੀ, ਜਿਹਨੇ ਅੱਡ ਹੋਣਾ ਹੋ ਜਾਓ। ਠੀਕ ਹੈ, ਹੁਣ ਇਹ ਸੰਵਿਧਾਨ 'ਚ ਤਾਂ ਇਹ ਚੀਜ਼ ਪਈ ਰਹੀ, ਪਰ ਸਟਾਲਿਨ ਡਿਕਟੇਟਰ ਸੀ। ਸਟਾਲਿਨ ਨੇ ਇਨ ਪ੍ਰੈਕਟਿਸ, ਜਿੱਦਾਂ ਬਹੁਤ ਮੁਲਕਾਂ 'ਚ ਹੁੰਦਾ ਸੰਵਿਧਾਨ ਕੁਛ ਕਹਿੰਦਾ, ਅਸਲ 'ਚ ਕੁਛ ਹੋ ਰਿਹਾ ਹੁੰਦਾ। ਸੋ ਉਸ ਤੋਂ ਬਾਅਦ ਯੂਕਰੇਨ ਕੋਲੇ ਜਾਂ ਕਿਸੇ ਹੋਰ ਕੋਲੇ ਅੱਡ ਹੋਣ ਦੀ ਕੋਈ ਸੰਭਾਵਨਾ ਸੀ ਨਹੀਂ। ਠੀਕ ਹੈ, ਇਹ ਤਾਂ ਪਿਛੋਕੜ ਦਾ ਇੱਕ ਹਿੱਸਾ ਹੈਗਾ। ਦੂਜੀ ਗੱਲ ਹੈਗੀ ਹੈ ਕਿ ਅਸੀਂ ਜਾਣਦੇ ਹਾਂ ਕਿ ਸੈਕੰਡ ਵਰਲਡ ਵਾਰ ਜਿਸ ਵੇਲੇ ਖਤਮ ਹੁੰਦੀ ਹੈ, ਉਸ ਵੇਲੇ ਦੁਨੀਆ 'ਚ ਦੋ ਧੜੇ ਬਣ ਜਾਂਦੇ ਨੇ। ਇੱਕ ਧੜਾ ਜਿਹਦਾ ਮੁਖੀਆ ਅਮਰੀਕਾ ਹੈ, ਦੂਜਾ ਧੜਾ ਜਿਹਦਾ ਮੁਖੀਆ ਸੋਵੀਅਤ ਸੰਘ ਹੈ। ਠੀਕ ਹੈ, ਇਹਨਾਂ ਦੇ ਨਾਲ ਬਹੁਤ ਸਾਰੇ ਮੁਲਕ ਜੁੜੇ ਹੋਏ ਹੈ, ਬਹੁਤ ਸਾਰੇ ਏਰੀਆਜ਼ ਨੇ ਜਿਹਦੇ ਵਿੱਚ ਇਹਨਾਂ ਨੇ ਆਪਣਾ ਆਪਣਾ ਪ੍ਰਭਾਵ ਬਣਾ ਲਿਆ ਹੋਇਆ। ਯੂਰਪ ਦੋ ਹਿੱਸਿਆਂ 'ਚ ਵੰਡਿਆ ਗਿਆ। ਯੂਰਪ ਦਾ ਉੱਤਰੀ ਹਿੱਸਾ ਜਿਹੜਾ ਸੀ ਉਹ ਸੋਵੀਅਤ ਸੰਘ ਦੇ ਪ੍ਰਭਾਵ ਹੇਠ ਸੀ। ਉੱਥੇ ਉਹਨਾਂ ਨੇ ਆਪਣੇ ਤਰੀਕੇ ਨਾਲ ਸਰਕਾਰਾਂ ਵਿਉਂਤੀਆਂ। ਜਿਹੜਾ ਪੱਛਮੀ ਹਿੱਸਾ ਸੀ ਔਰ ਜਿਹੜਾ ਸੈਂਟਰਲ ਹਿੱਸਾ ਸੀ ਉਹ ਅਮਰੀਕਾ ਦੇ ਪ੍ਰਭਾਵ ਹੇਠ ਸੀ। ਉੱਥੋਂ ਦੀਆਂ ਸਰਕਾਰਾਂ ਡੈਮੋਕ੍ਰੈਟਿਕ ਸੀ, ਫ੍ਰੀ ਮਾਰਕੀਟ ਇਕੋਨਮੀ ਸੀ। ਇੱਥੇ ਉਹਨਾਂ ਨੇ ਸੋਸ਼ਲਿਸਟ ਇਕੋਨਮੀਜ਼ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਕਮਿਊਨਿਸਟ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ। ਅੱਛਾ ਸਰ, ਇੱਕ ਸਵਾਲ ਹੈ ਕਿ 1922 ਦੇ ਵਿੱਚ ਜਦੋਂ ਯੂਕਰੇਨ ਸੋਵੀਅਤ ਦਾ ਹਿੱਸਾ ਬਣਦਾ, ਉਹ ਕੀ ਜ਼ਬਰਦਸਤੀ ਬਣਾਇਆ ਜਾਂਦਾ ਕਿ ਯੂਕਰੇਨ ਨੂੰ ਕਿਸੇ ਕੰਟਰੀ ਵੱਲੋਂ ਸਪੋਰਟ ਕੀਤੀ ਜਾਂਦੀ ਵੀ ਨਹੀਂ ਇਹ ਸੋਵੀਅਤ ਦਾ ਹਿੱਸਾ ਬਣੂਗਾ? ਨਹੀਂ, ਕਿਸੇ ਵੱਲੋਂ ਤਾਂ ਸਪੋਰਟ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ। ਸਪੋਰਟ ਤਾਂ ਉਹ ਤਾਂ ਇਸ ਗੱਲ ਦੀ ਕਰ ਰਹੇ ਸੀ ਕਿ ਅੱਡ ਹੋ ਜਾਵੇ। ਠੀਕ ਹੈ ਨਾ, ਔਰ ਲੈਨਿਨ ਨੇ ਵੀ ਕਿਹਾ ਸੀਗਾ ਕਿ ਜਿਹਨੇ ਅੱਡ ਹੋਣਾ ਹੋ ਜਾਓ। ਇਹ ਤਾਂ ਜਦੋਂ ਇਹ ਪਤਾ ਲੱਗਿਆ ਕਿ ਉੱਥੇ ਮਤਲਬ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ 17 'ਚ ਇੱਕ ਗੱਲ ਸੀ ਤੇ 18 'ਚ ਜਦੋਂ ਉਹਨਾਂ ਦੇ ਖਿਲਾਫ ਇੱਕ ਬਕਾਇਦਾ ਮੁਹਿੰਮ ਛੇੜ ਦਿੱਤੀ ਜਾਂਦੀ ਹੈ ਕਿ ਸੋਵੀਅਤ ਇਨਕਲਾਬ ਨੂੰ ਖਤਮ ਕਰੋ। ਸੋਵੀਅਤ ਇਨਕਲਾਬ ਪਹਿਲਾ ਸਮਾਜਵਾਦੀ ਇਨਕਲਾਬ ਸੀ, ਸਾਰਿਆਂ ਨੂੰ ਖਤਰਾ ਪੈ ਗਿਆ ਇਹ ਕਿੱਥੋਂ ਆ ਗਏ। ਸੋ ਉਹਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਹੋ ਰਹੀ ਸੀ। ਅਤੇ ਉਹਦੇ 'ਚ ਯੂਕਰੇਨ ਦਾ ਇੱਕ ਹਿੱਸਾ ਜਿਹੜਾ ਸੀਗਾ ਉਹ ਲੈਨਿਨ ਨੂੰ ਇਹ ਲੱਗਿਆ ਕਿ ਇਹ ਉਹਨਾਂ ਦਾ ਮੋਹਰਾ ਬਣ ਗਿਆ ਪੱਛਮੀ ਤਾਕਤਾਂ ਦਾ।
ਠੀਕ ਹੈ। ਸੋ ਉਹਨੇ ਵੀ ਫਿਰ ਆਪਣਾ ਪੈਂਤੜਾ ਬਦਲਿਆ, ਥੋੜੀ ਦੇਰ ਬਾਅਦ ਉਹਦੀ ਮੌਤ ਹੋ ਗਈ, ਫਿਰ ਸਟਾਲਿਨ ਆ ਗਿਆ। ਸਟਾਲਿਨ ਨੇ ਤਾਂ ਬਿਲਕੁਲ ਹੀ ਇਹ ਕਿਹਾ ਕਿ ਇੱਥੋਂ ਜਿਹੜਾ ਇਹ ਸੀ, ਅਸੀਂ ਨਹੀਂ ਕਿਸੇ ਨੂੰ ਇਸ ਤਰ੍ਹਾਂ ਜਾਣ ਦੇਣਾ, ਇਹ ਇੰਪੀਰੀਅਲਿਸਟਾਂ ਦੇ ਸਾਜ਼ਿਸ਼ਾਂ ਨੇ, ਅਸੀਂ ਇਹ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਣੀਆਂ, ਐਂਡ ਸੋ ਔਨ ਸੋ ਫੋਰਥ। ਸੋ ਯੂਕਰੇਨ ਦੇ ਸੋਵੀਅਤ ਸੰਘ ਵਿੱਚ ਰਹਿਣ ਦੀ ਗੱਲ ਜਿਹੜੀ ਸੀ, ਉਹਦੇ ਵਿੱਚ ਬਾਹਰਲੀ ਮੁਲਕ ਕਿਉਂ ਸਹਾਇਤਾ ਕਰੇਗਾ? ਹੋਰ ਤਾਂ ਕੋਈ ਮੁਲਕ ਸਮਾਜਵਾਦੀ ਸੀਗਾ ਹੀ ਨਹੀਂ, ਹੋਰ ਤਾਂ ਦੁਨੀਆ ਦਾ ਕੋਈ ਵੀ ਮੁਲਕ ਉਸ ਵੇਲੇ ਸੋਵੀਅਤ ਸੰਘ ਦਾ ਹਮਾਇਤੀ ਹੀ ਨਹੀਂ ਸੀ। ਅੱਛਾ ਸਰ, ਹੁਣ ਅੱਗੇ ਆਉਂਦੇ ਆਪਾਂ 1991 ਤੱਕ ਜਾਂਦੇ ਹਾਂ, ਜਦੋਂ ਸੋਵੀਅਤ ਟੁੱਟ ਜਾਂਦਾ ਹੈ, ਹਾਂਜੀ, ਉਹ ਦੇਸ਼ ਆਜ਼ਾਦ ਹੋ ਜਾਂਦਾ ਯੂਕਰੇਨ, ਹਾਂ, ਉਸ ਤੋਂ ਬਾਅਦ ਫਿਰ ਨਾਟੋ ਕਿਉਂ ਬਰਕਰਾਰ ਰਹਿੰਦਾ ਹੈ? ਨਾਟੋ ਕਿਉਂ ਨਹੀਂ ਟੁੱਟਦਾ? ਇਹੀ ਤੇ ਵੱਡੀ ਗੱਲ ਹੈ। ਮੈਂ ਜਿਹੜੀ ਗੱਲ ਜਿੱਥੇ ਮੈਂ ਤੁਸੀਂ ਮੈਨੂੰ ਵਿੱਚੋਂ ਜਿਸ ਵੇਲੇ ਦੂਸਰਾ ਸਵਾਲ ਪੁੱਛਿਆ, ਉਸ ਵੇਲੇ ਮੈਂ ਇੱਥੇ ਹੀ ਆ ਰਿਹਾ ਸੀ ਕਿ ਜਦੋਂ ਯੂਰਪ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਸੋਵੀਅਤ ਸੰਘ ਔਰ ਅਮਰੀਕਾ ਦੇ ਗੁੱਟ ਬਣ ਜਾਂਦੇ ਨੇ, ਤਾਂ ਅਮਰੀਕਾ ਇੱਕ ਬਣਾਉਂਦਾ ਹੈ ਉੱਥੇ ਜਿਹਨੂੰ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਾਂ ਨੇਟੋ ਕਹਿੰਦੇ ਆ। ਨੇਟੋ ਦਾ ਸਾਫ਼ ਪਰਪਸ ਇਹ ਸੀਗਾ ਕਿ ਜਿਹੜਾ ਖਤਰਾ ਸੋਵੀਅਤ ਸੰਘ ਤੋਂ ਹੈ ਯੂਰਪ ਨੂੰ, ਅਸੀਂ ਯੂਰਪ ਨੂੰ ਉਸ ਤੋਂ ਬਚਾ ਕੇ ਰੱਖਾਂਗੇ ਨੇਟੋ ਦੇ ਥਰੂ। ਇਹ ਮਿਲੀਟਰੀ ਅਲਾਇੰਸ ਹੈ, ਠੀਕ ਹੈ। ਦੂਜੇ ਪਾਸੇ ਸੋਵੀਅਤ ਯੂਨੀਅਨ ਨੇ ਕਿਹਾ ਕਿ ਸਾਨੂੰ ਖਤਰਾ ਹੈਗਾ ਅਮਰੀਕਾ ਤੋਂ ਔਰ ਅਮਰੀਕਾ ਦੇ ਪਿੱਠੂ ਪੱਛਮੀ ਦੇਸ਼ਾਂ ਤੋਂ। ਅਸੀਂ ਈਸਟ ਯੂਰਪ ਦੇ ਜਿਹੜੇ ਸਮਾਜਵਾਦੀ ਦੇਸ਼ ਹੈ ਉਹਨਾਂ ਨੂੰ ਬਚਾਉਣ ਵਾਸਤੇ ਇੱਕ ਆਪਣਾ ਬਣਾਵਾਂਗੇ। ਦੋ ਧੜੇ ਹੋ ਗਏ, ਇੱਕ ਸੋਵੀਅਤ ਦਾ, ਇੱਕ ਨਾਟੋ ਦਾ। ਸਿਰਫ ਧੜੇ ਹੀ ਨਹੀਂ ਹੋ ਗਏ, ਦੋ ਮਿਲੀਟਰੀ ਅਲਾਇੰਸ ਖੜੇ ਹੋ ਗਏ। ਵੀ ਜੇ ਨਾਟੋ ਨੇ 30 ਦੇਸ਼ਾਂ ਤੇ ਕਿਸੇ ਨੇ ਵੀ ਹਮਲਾ ਕੀਤਾ, ਸੋਵੀਅਤ ਨੇ ਉਹ ਜਗ੍ਹਾ ਵਰਤੀ ਜੂਗੀ, 30 ਦੇਸ਼ਾਂ ਦੇ ਫੌਜੀ ਜਗ੍ਹਾ ਵਰਤ ਸਕਦੇ ਨੇ। ਇਹਨੂੰ ਕਲੈਕਟਿਵ ਸਿਕਿਉਰਿਟੀ ਸਿਸਟਮ ਕਹਿੰਦੇ ਨੇ ਇੰਟਰਨੈਸ਼ਨਲ ਰਿਲੇਸ਼ਨ, ਜਿਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਆਫਟਰ ਕੰਸਲਟੇਸ਼ਨ ਤੁਹਾਡੀਆਂ ਜਿਹੜੀ ਮਿਲੀਟਰੀ ਤਾਕਤ ਹੈ ਉਹਨੂੰ ਤੁਸੀਂ ਇਕੱਠੇ ਵਰਤਦੇ ਹੋ ਜਿੱਥੇ ਵੀ ਤੁਹਾਨੂੰ ਜ਼ਰੂਰਤ ਲੱਗਦੀ ਹੈ। ਤੇ ਉਹਨਾਂ ਨੇ ਵੀ ਇੱਕ ਧੜਾ ਬਣਾਇਆ ਸੀ ਜਿਹਨੂੰ ਵਾਰਸਾ ਐਕਟ ਕਹਿੰਦੇ ਸੀ ਸੋਵੀਅਤ ਸੰਘ ਨੇ, ਠੀਕ ਹੈ। ਜਦੋਂ 1991 ਸੋਵੀਅਤ ਯੂਨੀਅਨ ਟੁੱਟਦਾ ਹੈ ਤਾਂ ਉਸ ਵੇਲੇ ਇਹ ਅੰਡਰਸਟੈਂਡਿੰਗ ਬਣੀ ਕਿ ਅਸੀਂ ਵਾਰਸਾ ਪੈਕਟ ਜਿਹੜਾ ਹੈਗਾ ਉਹਨੂੰ ਖਤਮ ਕਰ ਦਿੰਦੇ ਹਾਂ, ਕਿਉਂਕਿ ਹੁਣ ਤਾਂ ਸੋਵੀਅਤ ਸੰਘ ਹੀ ਨਹੀਂ ਰਿਹਾ। ਲੇਕਿਨ ਪੱਛਮੀ ਤਾਕਤਾਂ ਨੇ ਕਿਹਾ ਕਿ ਅਸੀਂ ਨੇਟੋ ਨੂੰ ਸੀਮਿਤ ਰੱਖਾਂਗੇ, ਅਸੀਂ ਤੋੜਨਾ ਨਹੀਂ ਹੋ। ਹਾਂ, ਅਸੀਂ ਤੋੜ ਦਿੰਦਾ ਦਾ ਤਾਂ ਉਹਨਾਂ ਨੂੰ ਕੋਈ ਡਿਕਟੇਟ ਥੋੜਾ ਕਰ ਸਕਦਾ ਸੀ। ਟੁੱਟ ਤਾਂ ਸੋਵੀਅਤ ਸੰਘ ਰਿਹਾ ਸੀ ਨਾ, ਅਮਰੀਕਾ ਤਾਂ ਨਹੀਂ ਸੀ ਟੁੱਟ ਰਿਹਾ, ਹੈ ਨਾ। ਸੋਵੀਅਤ ਟੁੱਟਿਆ ਹੋਇਆ ਸੋਵੀਅਤ ਸੰਘ ਉਹਨਾਂ ਨੂੰ ਡਿਕਟੇਟ ਤਾਂ ਨਹੀਂ ਸੀ ਕਰ ਸਕਦਾ। ਪਰ ਉਹਨਾਂ ਨੇ ਕਿਹਾ ਵੀ ਤੁਸੀਂ ਡਰੋ ਨਾ, ਤੁਸੀਂ ਵਾਰਸਾ ਪੈਕਟ ਨੂੰ ਤੋੜ ਦਿਓ, ਡਿਜ਼ੋਲਵ ਕਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਅਸੀਂ ਜਿੰਨੇ ਕੁ ਹੈਗੇ ਬਸ ਅਸੀਂ ਆਪਣੀ ਜਗ੍ਹਾ ਬੈਠੇ ਹਾਂ। ਹੋਇਆ ਇਹਦੇ ਉਲਟ, ਜਿਹੜੇ ਵੀ ਮੁਲਕ ਪਹਿਲਾਂ ਸੋਵੀਅਤ ਸੰਘ ਦੇ ਪ੍ਰਭਾਵ 'ਚ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਕਿਸੇ ਨੂੰ ਲਾਲਚ ਦਿੱਤਾ, ਕਈਆਂ ਨੂੰ ਆਪ ਹੀ ਲੱਗਿਆ ਕਿ ਅਸੀਂ ਜੇ ਅਮਰੀਕਾ ਦੇ ਨਾਲ ਲੱਗ ਜਾਾਂਗੇ ਸਾਨੂੰ 4 ਪੈਸੇ ਮਿਲ ਜਾਣਗੇ, 4 ਹਥਿਆਰ ਮਿਲ ਜਾਣਗੇ। ਕਈ ਉਹਨਾਂ 'ਚੋਂ ਸੋਵੀਅਤ ਸੰਘ ਤੋਂ ਤੰਗ ਵੀ ਸੀ ਪਹਿਲਾਂ, ਉਹਨਾਂ ਨੂੰ ਲੱਗਿਆ ਵੀ ਮੌਕਾ ਆ ਗਿਆ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਨੇਟੋ 'ਚ ਸ਼ਾਮਿਲ ਕਰ ਲਓ, ਕਹਿੰਦੇ ਆ ਜਾਓ। ਇੱਕ ਇੱਕ ਕਰਕੇ ਉਹ ਸਾਰੇ ਮੁਲਕ ਉਹਨਾਂ ਨੇ ਨੇਟੋ 'ਚ ਸ਼ਾਮਿਲ ਕਰ ਲਏ। ਨੇਟੋ ਦੀ ਜਿਹੜੀ ਅੱਜ ਦੀ ਸਟਰੈਂਥ ਹੈ ਉਹ 1991 ਤੋਂ ਬਾਅਦ ਬਣੀ ਹੋਈ ਸਟਰੈਂਥ ਹੈ, ਜੋ ਸੋਵੀਅਤ ਟੁੱਟੇ ਸੀ, ਜੋ ਸੋਵੀਅਤ ਯੂਨੀਅਨ ਟੁੱਟ ਗਿਆ। ਹੁਣ ਉਹ ਕਿੱਥੋਂ ਤੱਕ ਜਾਏਗਾ? ਹਾਂਜੀ, ਜੇ ਤੁਸੀਂ ਦੇਖੋ ਤਾਂ ਈਸਟ ਯੂਰਪ ਦੇ ਮੁਲਕ ਜਿਹੜੇ ਹੈ ਉਹ ਸਾਰੇ ਪਹਿਲਾਂ ਹੀ ਨੇਟੋ ਦਾ ਹਿੱਸਾ ਨੇਟੋ ਵਾਲੇ ਬਣਾ ਚੁੱਕੇ ਹਨ। ਹੁਣ ਜਿਹੜੇ ਯੂਕਰੇਨ ਹੈ ਇਹ ਇੱਕ ਵੱਡਾ ਮੁਲਕ ਹੈ, ਜੇ ਤੁਸੀਂ ਨਕਸ਼ਾ ਦੇਖੋ ਤਾਂ। ਹੁਣ ਇਹ ਕਹਿੰਦਾ ਮੈਂ ਵੀ ਬਣਨਾ ਹੈ ਨਹੀਂ, ਇੱਥੋਂ ਦੀ ਸਰਕਾਰ ਕਹਿੰਦੀ ਨਾਟੋ ਦਾ ਹਿੱਸਾ, ਨਾਟੋ ਦਾ ਹਿੱਸਾ। ਉਹ ਕਹਿੰਦੇ ਆ ਜਾਓ। ਇੰਨੀ ਦੇਰ 'ਚ ਪੁਟਿਨ ਜਿਹੜਾ ਬੜਾ ਸਟਰੋਂਗ ਲੀਡਰ ਹੈ ਉਹਨੇ ਕਿਹਾ ਇਹ ਕੀ ਕਰੀ ਜਾਂਦੇ ਹੋ ਯਾਰ ਤੁਸੀਂ, ਠੀਕ ਹੈ, ਇਹ ਤੁਸੀਂ ਮਤਲਬ ਗੱਲ ਸਾਡੇ ਨਾਲ ਸਮਝੌਤਾ ਸਾਡੇ ਨਾਲ ਹੋਰ ਸੀ, ਹੁਣ ਤੁਸੀਂ ਇੱਕ ਇੱਕ ਕਰਕੇ ਸਾਰੇ ਬੰਦੇ ਤੋੜ ਕੇ, ਮੁਲਕ ਤੋੜ ਕੇ ਸਾਨੂੰ ਘੇਰਾ ਪਾਈ ਜਾਂਦੇ ਹੋ। ਅਮਰੀਕਾ ਨਾਲ ਲਈ ਜਾਂਦਾ, ਹਾਂ, ਅਮਰੀਕਾ ਨਾਲ ਲਈ ਜਾਂਦਾ ਜਾਂ ਨੇਟੋ ਲਈ ਜਾਂਦਾ। ਉਹ ਕਹਿੰਦੇ ਅਸੀਂ ਇਹਨੂੰ ਨੇਟੋ 'ਚ ਨਹੀਂ ਜਾਣ ਦੇਣਾ। ਕਾਰਨ ਇਹੀ ਤਾਂ ਮੇਨ ਕਾਰਨ, ਬਸ ਇਹੀ ਕਾਰਨ ਹੈ, ਅਸੀਂ ਨੇਟੋ 'ਚ ਨਹੀਂ ਜਾਣ ਦੇਣਾ। ਨਹੀਂ, ਨੇਟੋ ਜੇ ਚਲਾ ਵੀ ਜਾਂਦਾ ਜੇ ਯੂਕਰੇਨ, ਤਾਂ ਉਸ ਵਿੱਚ ਫਿਰ ਰੂਸ ਨੂੰ ਕੀ ਘਾਟਾ ਹੋ ਸਕਦਾ? ਰੂਸ ਨੂੰ ਘਾਟਾ ਇਹ ਹੋ ਸਕਦਾ ਵੀ ਜੇ ਮੰਨ ਲਓ ਪਾਕਿਸਤਾਨ ਚੀਨ ਦੇ ਨਾਲ ਮਿਲ ਕੇ ਇੱਕ ਮਿਲੀਟਰੀ ਅਲਾਇੰਸ ਕਰਕੇ ਚੀਨ ਦੀਆਂ ਮਿਸਾਈਲਾਂ ਹੈ ਨਹੀਂ ਲਾਹੌਰ 'ਚ ਲੱਗ ਜਾਣ, ਤੇ ਹਿੰਦੁਸਤਾਨ ਨੂੰ ਕੀ ਖਤਰਾ ਹੋ ਸਕਦਾ ਹੈ? ਉਹੀ ਖਤਰਾ ਹੋ ਸਕਦਾ ਵੀ ਉਹ ਜਗ੍ਹਾ ਇਸਤੇਮਾਲ ਕਰ ਸਕਦਾ। ਹਾਂ, ਮਿਲੀਟਰੀ ਅਲਾਇੰਸ ਹੈ ਨਾ, ਨੇਟੋ ਦਾ ਮਿਲੀਟਰੀ ਅਲਾਇੰਸ ਹੈ। ਮਿਲੀਟਰੀ ਨੇਟੋ ਫੋਰਸਿਸ ਜਿਹੜੀਆਂ ਹੈਗੀਆਂ ਉਹ ਕਿਤੇ ਵੀ ਜਾ ਕੇ ਬਹਿ ਸਕਦੀਆਂ, ਠੀਕ ਹੈ ਨਾ। ਉਹ ਜਾ ਕੇ, ਜੇ ਤੁਸੀਂ ਦੇਖੋ ਵੀ ਮਾਸਕੋ ਕਿੱਥੇ ਹੈ, ਹਾਂਜੀ, ਉਹ ਬਿਲਕੁਲ ਯੂਕਰੇਨ ਔਰ ਰੂਸ ਦੇ ਬਾਰਡਰ ਦੇ ਬਹੁਤ ਨੇੜੇ ਹੈ। ਅੱਛਾ ਸਰ, ਹੁਣ ਅੱਗੇ ਆਉਂਦੇ ਹਾਂ 2015 ਦੇ ਵਿੱਚ ਯੂਕਰੇਨ ਤੇ ਰੂਸ ਦਾ ਸਮਝੌਤਾ ਹੋਇਆ ਸੀ, ਸ਼ਾਂਤਪੂਰਵਕ ਰਹਿਣ ਦਾ ਸਮਝੌਤਾ ਸੀ, ਉਹ ਤੋੜਿਆ ਕਿਉਂ ਗਿਆ? ਉਹ ਦੁਬਾਰਾ ਫਿਰ ਕਿਉਂ 22 ਦੇ ਵਿੱਚ ਸਿਰਫ 7 ਸਾਲ ਹੀ ਸਮਝੌਤਾ ਬਰਕਰਾਰ ਰਿਹਾ?
ਕਿਉਂ ਟੁੱਟਿਆ? ਲੇਕਿਨ ਉਹ ਸਮਝੌਤਾ ਇਹੀ ਹੋਇਆ ਹੋਏਗਾ ਕਿ ਮਤਲਬ ਤੁਸੀਂ ਸਾਡੇ ਖਿਲਾਫ ਕੁਝ ਨਹੀਂ ਕਰੋਗੇ, ਤੁਸੀਂ ਆਪਣੇ ਆਜ਼ਾਦ ਰਹੋ। ਦੇਖੋ ਗੱਲ ਇਹ ਹੈ, ਜੇ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ, ਜਿਸ ਵੇਲੇ ਸੋਵੀਅਤ ਸੰਘ ਟੁੱਟ ਰਿਹਾ ਹੈ ਜੀ, ਉਹਦੇ ਟੁੱਟਣ ਤੋਂ ਬਿਲਕੁਲ ਪਹਿਲਾਂ ਉੱਥੋਂ ਦਾ ਲੀਡਰ ਸੀ ਗੋਰਬਾਚੋਵ। ਤੁਹਾਨੂੰ ਯਾਦ ਹੋਣਾ, ਗੋਰਬਾਚੋਵ ਕਹਿ ਰਿਹਾ ਸੀ ਕਿ ਠੀਕ ਹੈ, ਸੋਵੀਅਤ ਸਮਿਆਂ 'ਚ ਇਹ ਜਿਹੜੇ ਰਿਪਬਲਿਕਸ ਨੇ, ਇਹਨਾਂ 'ਚੋਂ ਕਈਆਂ ਨਾਲ ਜ਼ਿਆਦਤੀਆਂ ਹੋਈਆਂ, ਕਈ ਸਮਝਦੇ ਨੇ ਉਹਨਾਂ ਨਾਲ ਜ਼ਿਆਦਤੀਆਂ ਹੋਈਆਂ, ਅਸੀਂ ਮੰਨਦੇ ਹਾਂ ਕਿ ਹੋਈਆਂ ਜ਼ਿਆਦਤੀਆਂ, ਪਰ ਯਾਰ ਪੁਰਾਣੀਆਂ ਭੁੱਲਾਂ ਨੂੰ ਛੱਡ ਕੇ ਆਪਾਂ ਨਵੇਂ ਸਿਰਿਓਂ ਸੋਵੀਅਤ ਸੰਘ ਤੋੜ ਦਿੰਦੇ ਹਾਂ, ਲੇਕਿਨ ਉਹਦੀ ਜਗ੍ਹਾ ਇੱਕ ਹੋਰ ਕੋਈ ਉਹਦਾ ਨਾਂ ਰੱਖ ਲਓ, ਰਹੀਏ ਇਕੱਠੇ, ਇਸੇ 'ਚ ਫਾਇਦਾ ਹੈ। ਗੋਰਬਾਚੋਵ ਇਹ ਕੋਸ਼ਿਸ਼ ਕਰ ਰਿਹਾ ਸੀ, ਠੀਕ ਹੈ। ਉਸ ਵੇਲੇ ਰੂਸ ਦਾ ਪ੍ਰੈਜ਼ੀਡੈਂਟ ਸੀ, ਇੱਕ ਤਾਂ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ ਗੋਰਬਾਚੋਵ, ਜਨਰਲ ਸੈਕਟਰੀ ਸੀ ਉਦੋਂ ਦਾ। ਰੂਸ ਦਾ ਜਿਹੜਾ ਸੀ ਉਹ ਸੀ ਯੈਲਤਸਿਨ, ਜਿਹੜਾ ਬਾਅਦ 'ਚ ਬਣਿਆ। ਯੈਲਤਸਿਨ ਨੇ ਬੇਲਾਰੂਸ ਔਰ ਯੂਕਰੇਨ ਦੇ ਨਾਲ ਮਿਲ ਕੇ ਕਿਆ ਰਾਤੋਂ ਰਾਤ ਗੋਰਬਾਚੋਵ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਉਹਦਾ ਬਲਕਿ ਸ਼ਾਇਦ ਫੜਿਆ ਹੋਇਆ ਸੀ, ਤੇ ਇਹਨਾਂ ਨੇ ਕਿਹਾ ਜੀ ਸੋਵੀਅਤ ਯੂਨੀਅਨ ਭੰਗ। ਗੋਰਬਾਚੋਵ ਦੀ ਪਿੱਠ ਪਿੱਛੇ ਹੀ ਸੋਵੀਅਤ ਯੂਨੀਅਨ ਭੰਗ ਕਰਤਾ। ਉਹਦੇ 'ਚ ਰੂਸ ਵੀ ਉਹਦਾ ਮਤਲਬ ਹਿੱਸਾ ਸੀ ਓਨਾ ਹੀ, ਜੇ ਕਿਹਾ ਜਾਏ, ਔਰ ਯੂਕਰੇਨ ਔਰ ਬੇਲਾਰੂਸ ਵੀ ਉਹਦਾ ਇੰਨਾ ਹਿੱਸਾ ਸੀ। ਕੋਈ ਮਤਲਬ ਇਹ ਨਹੀਂ ਹੈ ਵੀ ਕੋਈ ਟੁੱਟ ਕੇ ਯੂਕਰੇਨ ਗਿਆ, ਉਹ ਤਾਂ ਮਤਲਬ ਉਹ ਉਸ ਸਮਝੌਤੇ ਦਾ ਹਿੱਸਾ ਹੀ ਸੀ। ਸੋ ਯੂਕਰੇਨ ਦੇ ਖਿਲਾਫ ਰੂਸ ਨੂੰ ਕੋਈ ਸ਼ਿਕਾਇਤ ਨਹੀਂ ਮੇਰੇ ਹਿਸਾਬ ਨਾਲ। ਉਹ ਕਹਿੰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਨਾ ਰਲੋ, ਵੀ ਨਾਟੋ ਦਾ ਹਿੱਸਾ ਨਾ ਬਣੋ। ਹਾਂ, ਨਾਟੋ ਦਾ ਹਿੱਸਾ ਨਾ ਬਣੋ। ਅੱਛਾ, ਹੁਣ ਸਰ 1991 ਦੇ ਵਾਪਸ ਆਉਂਦੇ ਆ, ਜਦੋਂ ਸੋਵੀਅਤ ਸੰਘ ਟੁੱਟਿਆ, ਅਮਰੀਕਾ ਨੇ ਕਹਿ ਦਿੱਤਾ, ਇੱਕ ਭਰੋਸਾ ਦਿੱਤਾ ਵੀ ਸਾਡੇ ਕੋਲ ਇੰਨੀ ਦੇਸ਼ ਨੇ, ਇੰਨੀ ਰਹਿਣਗੇ, 30 ਦੇਸ਼ ਦਾ ਜੋ ਜ਼ਿਕਰ ਹੁੰਦਾ ਹੈ। ਫਿਰ ਪਿੱਠ ਵਿੱਚ ਛੁਰਾ ਕਿੰਨੇ ਮਾਰਿਆ? ਕਿ ਅਮਰੀਕਾ ਆਪਣੀ ਗੱਲ ਤੇ ਸਹੀ ਰਿਹਾ? ਫਿਰ ਕਿਉਂ ਯੂਕਰੇਨ ਨੂੰ ਨਾਲ ਲੈਣਾ ਚਾਹੁੰਦਾ ਨਾਟੋ ਵਿੱਚ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਇਹ ਦੋ ਇੱਕ ਰਸਤੇ 'ਚ ਰੋੜੇ ਨਾ ਹੋਣ, ਹੈ ਜੀ, ਇੱਕ ਤਾਂ ਉਹਨਾਂ ਨੂੰ ਚੀਨ ਤੋਂ ਬੜਾ ਖਤਰਾ ਲੱਗਦਾ ਅੱਜ ਕੱਲ੍ਹ, ਠੀਕ ਹੈ, ਕਿ ਚੀਨ ਸਾਡੇ ਮੁਕਾਬਲੇ 'ਚ ਖੜਾ ਹੋ ਰਿਹਾ, ਅਤੇ ਦੂਜਾ ਉਹਨਾਂ ਨੂੰ ਲੱਗਦਾ ਹੈ ਕਿ ਰੂਸ ਪੁਤਿਨ ਦੇ ਪ੍ਰੈਜ਼ੀਡੈਂਟਸ਼ਿਪ 'ਚ, ਕਿਉਂਕਿ ਸਟਰੋਂਗ ਲੀਡਰ ਹੈ, ਇਹ ਦੁਬਾਰਾ ਖੜਾ ਹੋ ਰਿਹਾ। ਦੇਖੋ, ਜੇ ਤੁਸੀਂ ਹਿਸਟਰੀ ਦੇਖੋ ਤਾਂ ਜਿਹੜੀ ਯੂਰਪ ਦੇ ਵਿੱਚ ਗ੍ਰੇਟ ਪਾਵਰਸ ਜਿਨ੍ਹਾਂ ਨੂੰ ਕਹਿੰਦੇ ਸੀ, ਰੂਸ ਉਹਦਾ ਹਮੇਸ਼ਾ ਹਿੱਸਾ ਸੀ, ਹਾਂਜੀ। ਇਨਕਲਾਬ ਹੋਣ ਤੋਂ ਪਹਿਲਾਂ ਵੀ ਹਿੱਸਾ ਸੀ। ਇਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਰੂਸ ਵੀ ਇੱਕ ਸੁਪਰ ਪਾਵਰ ਬਣ ਗਿਆ, ਇੱਕ ਨਵੀਂ ਕਿਸਮ ਦੀ ਵਿਸ਼ਵ ਸ਼ਕਤੀ ਜਿਹਨੂੰ ਅਸੀਂ ਕਹਿੰਦੇ ਹਾਂ। ਅਮਰੀਕਾ ਵੀ ਬਣ ਗਿਆ, ਲੇਕਿਨ ਉਹ ਵਿਸ਼ਵ ਸ਼ਕਤੀ ਪਹਿਲਾਂ ਭਾਵੇਂ ਨਾ ਰਿਹਾ ਹੋਵੇ, ਪਰ ਉਹ ਯੂਰਪੀਅਨ ਗ੍ਰੇਟ ਪਾਵਰ ਤਾਂ ਹਮੇਸ਼ਾ ਹੀ ਸੀ। ਉਹਦੇ ਕੋਲੇ ਇੰਨੀ ਵੱਡੀ ਟੈਰੀਟਰੀ ਹੈ, ਉਹਦੇ ਕੋਲੇ ਇੰਨੀ ਟੈਕਨੋਲੋਜੀ ਹੈ, ਉਹਦੇ ਕੋਲੇ ਇੰਨੇ ਸਾਧਨ ਹੈ, ਉਹਨੂੰ ਇਸ ਗੱਲ ਤੋਂ ਤਾਂ ਤੁਸੀਂ ਰੋਕ ਨਹੀਂ ਸਕਦੇ। ਉਹ ਗ੍ਰੇਟ ਪਾਵਰ ਤਾਂ ਰਹੂਗਾ ਹੀ, ਜੇ ਤੁਸੀਂ ਮਤਲਬ ਉਹ ਦੇਖੋ ਹਿਸਾਬ ਕਿਤਾਬ। ਉਹਨਾਂ ਨੂੰ ਲੱਗਦਾ ਹੈ ਕਿ ਇਹ ਦੁਬਾਰਾ ਤੋਂ ਸਾਡੇ ਮੁਕਾਬਲੇ 'ਚ ਖੜਾ ਨਾ ਹੋ ਜਾਏ ਕਿਤੇ ਰੂਸ, ਅਤੇ ਉਹਨੂੰ ਅਸੀਂ ਇਹਨੂੰ ਕਹਿੰਦੇ ਹਾਂ ਕੰਟੇਨਮੈਂਟ ਪੋਲਿਸੀ, ਕਿ ਇਹਨਾਂ ਨੂੰ ਘੇਰ ਲਓ। ਇਹ ਪੋਲਿਸੀ ਪੂਰੇ ਦੇ ਪੂਰੇ ਕੋਲਡ ਵਾਰ, ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਔਰ ਸੋਵੀਅਤ ਯੂਨੀਅਨ ਦੇ ਟੁੱਟ ਤੱਕ ਇਹ ਅਪਣਾਈ ਗਈ ਸੀ। ਅਲੱਗ-ਅਲੱਗ ਜਗ੍ਹਾ 'ਤੇ ਮਿਲੀਟਰੀ ਅਲਾਇੰਸਿਸ ਬਣਾਏ ਗਏ ਸੀ। ਨੇਟੋ ਹੀ ਨਹੀਂ ਸੀ ਸਿਰਫ, ਉਹਨਾਂ ਨੇ ਮਤਲਬ ਇੱਕ ਚੀਜ਼ ਬਣਾਈ ਸੀ ਜਿਹਨੂੰ ਉਹ ਸੈਂਟੋ ਕਹਿੰਦੇ ਸੀ, ਜਿਹੜਾ ਕਿ ਜਿਹਦਾ ਪਾਕਿਸਤਾਨ ਵੀ ਹਿੱਸਾ ਸੀ, ਜਿਹਦਾ ਸ਼ਾਹ ਦੇ ਅੰਡਰ ਇਰਾਨ ਵੀ ਹਿੱਸਾ ਸੀ, ਹੈ ਜੀ। ਫਿਰ ਉਹਨਾਂ ਨੇ ਇੱਕ ਸੀਐਟੋ ਨਾਂ ਦੀ ਚੀਜ਼ ਬਣਾਈ ਸੀ, ਜਿਹਦੇ 'ਚ ਈਸਟ ਏਸ਼ੀਆ ਦੇ ਸਾਰੇ ਮੁਲਕ ਨੇ, ਹੈ ਜੀ। ਉਹ ਇੱਕ ਜ਼ਮਾਨੇ 'ਚ ਚਾਹੁੰਦੇ ਸੀ ਵੀ ਹਿੰਦੁਸਤਾਨ ਵੀ ਉਹ 'ਚ ਸ਼ਾਮਲ ਹੋ ਜਾਏ। ਨਹਿਰੂ ਨੇ ਕਿਹਾ ਨਹੀਂ, ਅਸੀਂ ਤਾਂ ਨਾਨ ਅਲਾਈਨਮੈਂਟ ਆ। ਉਹਨਾਂ ਨੇ ਕਿਹਾ ਅੱਛਾ ਤੂੰ ਨਹੀਂ ਆਉਂਦਾ, ਅਸੀਂ ਪਾਕਿਸਤਾਨ ਨੂੰ ਮਿਲਾ ਲੈਂਦੇ ਹਾਂ, ਰਾਈਟ। ਸੋ ਆਈਡੀਆ ਇਹ ਸੀ ਕਿ 1949 'ਚ ਚੀਨ 'ਚ ਵੀ ਇਨਕਲਾਬ ਹੋ ਗਿਆ। ਆਈਡੀਆ ਇਹ ਸੀ ਵੀ ਉਸ ਪਾਸਿਓਂ ਸ਼ੁਰੂ ਕਰਕੇ, ਨਾਰਥ ਤੋਂ ਸ਼ੁਰੂ ਕਰਕੇ, ਵੈਸਟ ਤੋਂ ਸਾਊਥ ਜਾ ਕੇ ਔਰ ਈਸਟ ਤੱਕ ਜਾ ਕੇ ਇਹਨਾਂ ਨੂੰ ਘੇਰਾ ਪਾ ਲਿਆ ਜਾਏ। ਇਹਨੂੰ ਕੰਟੇਨਮੈਂਟ ਪੋਲਿਸੀ ਕਹਿੰਦੇ ਆ, ਇਨਸਰਕਲਮੈਂਟ। ਜਿਵੇਂ ਹੁੰਦਾ ਨਾ ਤੁਸੀਂ ਕਬੱਡੀ 'ਚ, ਹੈ ਨਾ, ਕੋਈ ਬੰਦਾ ਆਉਂਦਾ ਉੱਧਰੋਂ, ਤਾਂ ਉਹਨੂੰ ਅਸੀਂ ਘੇਰਾ ਪਾ ਲੈਂਦੇ ਅਤੇ ਦੱਬ ਲੈਂਦੇ ਹਾਂ। ਇਹ ਉਹਨਾਂ ਦੀ ਮਨਸੂਬਾ ਸੀ, ਇਹ ਸਾਰੇ ਮਿਲੀਟਰੀ ਅਲਾਇੰਸਿਸ ਦਾ। ਨੇਟੋ ਉਹਨਾਂ 'ਚੋਂ ਇੱਕੋ ਹੀ ਸੀ। ਅੱਛਾ ਸਰ, ਹੁਣ ਅਹਿਮ ਸਵਾਲ ਹੈ, ਜਦੋਂ ਯੂਕਰੇਨ ਅਤੇ ਰੂਸ ਦਾ ਹੁਣ ਜੰਗ ਚੱਲਦੀ ਪਈ ਹੈ, ਯੂਕਰੇਨ ਜਦੋਂ ਯੁੱਧ ਲੜਨ ਜਾਂਦਾ, ਉਸ ਤੋਂ ਪਹਿਲਾਂ ਸਟੇਟਮੈਂਟ ਆਉਂਦੀ ਸੀ ਕਿ ਠੀਕ ਹੈ ਵੀ ਨਾਟੋ ਸਾਥ ਦਊਗਾ। ਅਮਰੀਕਾ ਨੇ ਕਿਹਾ ਸੀ ਵੀ ਠੀਕ ਹੈ, ਅਸੀਂ ਹਥਿਆਰਾਂ ਨੂੰ ਲੈ ਕੇ ਸਾਥ ਦੇਵਾਂਗੇ। ਫਿਰ ਨਾਟੋ ਜਾਂ ਅਮਰੀਕਾ ਹੁਣ ਮੁੱਕਰ ਕਿਉਂ ਗਿਆ? ਹੁਣ ਯੂਕਰੇਨ ਦਾ ਸਾਥ ਕਿਉਂ ਨਹੀਂ ਦੇ ਰਹੇ? ਇਹ ਬਹੁਤ ਹੀ ਅਹਿਮ ਇੱਕ ਪਹਿਲੂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸੋਵੀਅਤ ਯੂਨੀਅਨ ਹੀ ਨਹੀਂ ਰਿਹਾ, ਅਤੇ ਉਸ ਤੋਂ ਬਾਅਦ ਯੂਰਪ 'ਚ ਜਿਹੜੇ ਅਮਰੀਕਾ ਦੇ ਸਾਥੀ ਨੇ ਨੇਟੋ ਵਿੱਚ,
ਉਹਨਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਅਸੀਂ ਵੀ ਥੋੜ੍ਹੇ, ਸਾਨੂੰ ਵੀ ਸੁੱਖ ਦਾ ਸਾਹ ਆਇਆ ਤੇ ਹੁਣ ਅਸੀਂ ਅਮਰੀਕਾ ਦੇ ਗਲਬੇ 'ਚ ਕਿਉਂ ਰਹੀਏ, ਅਮਰੀਕਾ ਦੇ ਨਾਲ ਅਸੀਂ ਰਹਾਂਗੇ ਤਾਂ ਜ਼ਰੂਰ, ਪਰ ਇਹ ਜਿਹੜੀਆਂ ਹੁੰਦੀਆਂ ਨਾ ਟਰਮਸ ਡਿਫਰੈਂਟ ਹੋ ਜਾਂਦੀਆਂ ਹੈ ਨਹੀਂ। ਮਤਲਬ ਜਿਹੜਾ ਸਮਝਦੇ ਵੀ ਤੁਸੀਂ ਇੱਕ ਚਾਹੁੰਦੇ ਹੋ ਕਿ ਤੁਹਾਨੂੰ ਵੀ ਕੁਝ ਆਜ਼ਾਦੀ ਹੋਵੇ, ਕੁਝ ਬਰਾਬਰੀ ਦਾ ਹੱਕ ਮਿਲੇ, ਕੁਝ ਇਹ ਹੋਵੇ, ਕੁਝ ਉਹ ਹੋਵੇ। ਸਾਰੇ ਯੂਰਪ 'ਚ ਮਤਲਬ ਇੱਦਾਂ ਦੇ ਮੁਲਕ ਨਹੀਂ ਹੈਗੇ, ਇਹਨੂੰ ਮੈਂ ਉਲਟਾ ਕਹਿਣਾ ਚਾਹੁੰਦਾ, ਅਮਰੀਕਾ ਦੇ ਜਿੰਨੇ ਵੀ ਸਾਥੀ ਨੇ ਉੱਥੇ ਨੇਟੋ 'ਚ, ਉਹ ਸਾਰੇ ਨਹੀਂ ਚਾਹੁੰਦੇ ਕਿ ਰੂਸ ਨਾਲ ਵਿਗਾੜ ਕੇ ਰੱਖੀ ਜਾਏ, ਜਾਂ ਜੋ ਅਮਰੀਕਾ ਚਾਹੁੰਦਾ ਅਸੀਂ ਉਹੀ ਕਰੀਏ। ਇਹ ਖਲਲ ਪੈਦਾ ਹੋ ਸਕਦਾ। ਹਾਂ, ਉਹਦੇ 'ਚ ਕਾਫੀ ਅਲੱਗ-ਅਲੱਗ ਆਵਾਜ਼ਾਂ ਨੇ। ਫਰਾਂਸ ਔਰ ਜਰਮਨੀ ਜਿੱਦਾਂ, ਉਹ ਰੂਸ ਤੋਂ ਬਹੁਤ ਸਾਰੀ ਨੈਚੁਰਲ ਗੈਸ ਖਰੀਦਦੇ, ਤੁਸੀਂ ਪੜ੍ਹਿਆ ਹੋਣਾ। ਨੈਚੁਰਲ ਗੈਸ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਹੈ, ਠੰਡ ਬਹੁਤ ਪੈਂਦੀ ਹੈ ਉੱਥੇ, ਹੀਟਿੰਗ ਵਾਸਤੇ ਚਾਹੀਦੀ ਹੁੰਦੀ ਹੈ। ਰੂਸ ਤੋਂ ਉਹਨਾਂ ਨੂੰ ਬੜੀ ਸਸਤੀ ਮਿਲਦੀ ਹੈ, ਠੀਕ ਹੈ। ਐਜ਼ ਅ ਮੈਟਰ ਆਫ ਫੈਕਟ ਕੁਝ ਦਿਨ ਪਹਿਲਾਂ ਤੱਕ ਤਾਂ ਇਹ ਕਈ ਲੋਕਾਂ ਨੇ ਕਿਹਾ ਸੀ ਕਿ ਉਹਨਾਂ ਨੇ ਪਾਈਪਲਾਈਨ ਪਾ ਲਈ ਸਿੱਧੀ ਰੂਸ ਤੋਂ, ਪਹਿਲਾਂ ਯੂਕਰੇਨ ਦੇ ਵਿੱਚ ਦੀ ਆਉਂਦੀ ਹੁੰਦੀ ਸੀ, ਹੁਣ ਉਹਨਾਂ ਨੇ ਸਿੱਧੀ ਪਾਈਪਲਾਈਨ ਪਾ ਲਈ ਅੰਡਰਗਰਾਊਂਡ, ਉੱਥੋਂ ਸਿੱਧੀ ਜਿਹੜੀ ਹੈ ਰੂਸੀ ਗੈਸ ਉਹ ਸਿੱਧੀ ਫਰਾਂਸ ਔਰ ਜਰਮਨੀ ਨੂੰ ਜਾਏਗੀ। ਅਮਰੀਕਾ ਨੂੰ ਇਹ ਵੀ ਲੱਗਦਾ ਸੀਗਾ ਕਿ ਜਦੋਂ ਇਹ ਸਾਰਾ ਕੁਝ ਸ਼ੁਰੂ ਹੋ ਗਿਆ ਫਿਰ ਤਾਂ ਫਰਾਂਸ ਔਰ ਜਰਮਨੀ ਦੀ ਨਿਰਭਰਤਾ ਵੱਧ ਜਾਏਗੀ ਰੂਸ ਤੇ, ਟੁੱਟ ਵੀ ਸਕਦਾ। ਹਾਂ, ਉਹ ਰੂਸ ਦੇ ਨੇੜੇ ਹੋ ਜਾਣਗੇ। ਫਿਰ ਅੱਜ ਗੈਸ ਦੀ ਗੱਲ ਹੋਈ ਹੈ, ਕੱਲ ਨੂੰ ਹੋਰ ਟ੍ਰੇਡ ਹੋਏਗਾ, ਟ੍ਰੇਡ ਵੱਧਦਾ ਗਿਆ ਤੇ ਇਹ ਤਾਂ ਆਪਸ 'ਚ ਜ਼ਿਆਦਾ ਇੱਕ ਦੂਜੇ ਦੇ ਨੇੜੇ ਹੋ ਜਾਣਗੇ। ਤੇ ਅਮਰੀਕਾ ਇਹ ਨਹੀਂ ਚਾਹੁੰਦਾ ਕਿ ਇਹ ਹੋਵੇ, ਉਹ ਚਾਹੁੰਦਾ ਵੀ ਯੂਰਪ 'ਚ ਕੋਈ ਟੈਨਸ਼ਨ ਜੀ ਬਣੀ ਰਹੇ। ਅੱਛਾ, ਹੁਣ ਸਰ ਇੱਕ ਅਹਿਮ ਸਵਾਲ ਹੈ ਇੰਡੀਆ ਨੂੰ ਲੈ ਕੇ। ਭਾਰਤ ਨਾ ਤਾਂ ਨਾਟੋ ਦਾ ਹਿੱਸਾ ਹੈ ਤਾਂ ਨਾ ਸੋਵੀਅਤ ਸੰਘ ਦਾ ਹਿੱਸਾ ਰਿਹਾ, ਫਿਰ ਭਾਰਤ ਆਪਣਾ ਕੀ ਬਿਆਨਬਾਜ਼ੀ ਕਰੂਗਾ ਜਾਂ ਭਾਰਤ ਕਿਸ ਦਾ ਸਾਥ ਦੇਊਗਾ? ਉਹ ਦੂਸਰੀ ਗੱਲ, 1971 ਵਿੱਚ ਰੂਸ ਨੇ ਦਿੱਤਾ ਸੀ ਭਾਰਤ ਦਾ ਸਾਥ ਔਰ ਅਮਰੀਕਾ ਖਿਲਾਫ ਸੀ। ਕੀ ਯੂਕਰੇਨ ਹੁਣ ਜੋ ਮਦਦ ਮੰਗ ਰਿਹਾ ਭਾਰਤ ਕੋਲੋਂ, ਭਾਰਤ ਮਦਦ ਕਰੂਗਾ? ਉਹ ਕਰੂਗਾ ਕਿਸ ਦੀ, ਯੂਕਰੇਨ ਕਿ ਰੂਸ? ਦੇਖੋ 1971 ਤੇ 2022 ਚ 50 ਨਹੀਂ 51 ਸਾਲਾਂ ਦਾ ਫਰਕ ਹੈ ਨਾ, ਪਹਿਲੀ ਗੱਲ। ਦੂਜੀ ਗੱਲ, ਜਿਸ ਨੇ ਮਦਦ ਕੀਤੀ ਸੀ ਹਿੰਦੁਸਤਾਨ ਦੀ, ਉਹ ਰੂਸ ਨਹੀਂ ਸੀ, ਉਹ ਸੋਵੀਅਤ ਸੰਘ ਸੀ। ਉਹਦੇ ਲੀਡਰ ਹੋਰ ਸੀ, ਉਹਨਾਂ ਦੀਆਂ ਪਾਲਿਸੀਜ਼ ਹੋਰ ਸੀ। ਅੱਜ ਦਾ ਜਿਹੜਾ ਰੂਸ ਹੈ ਉਹਦਾ ਸੋਵੀਅਤ ਸੰਘ ਦੀ ਕੋਈ ਉਸ ਤਰ੍ਹਾਂ ਦੀ ਅਸੀਂ ਨਿਰੰਤਰਤਾ ਮੰਨ ਕੇ ਨਹੀਂ ਚੱਲ ਸਕਦੇ। ਨਾ ਅੱਜ ਦਾ ਅਮਰੀਕਾ ਹੀ ਉਹ ਅਮਰੀਕਾ ਹੈ ਜਿਹੜਾ ਪਾਕਿਸਤਾਨ ਦੀ ਮਦਦ ਕਰਦਾ ਸੀ 1971 ਦੀ ਜੰਗ ਵੇਲੇ। ਹੁਣ ਤਾਂ ਹਿੰਦੁਸਤਾਨ ਤੇ ਅਮਰੀਕਾ ਇੱਕ ਦੂਜੇ ਦੇ ਬੜੇ ਨੇੜੇ ਆਏ ਹੋਏ ਹੈ। ਉਹਦਾ ਕਾਰਨ ਇਹ ਹੈਗਾ ਕਿ ਅਮਰੀਕਾ ਨੂੰ ਲੱਗਦਾ ਖਤਰਾ ਵੱਡਾ ਚੀਨ ਤੋਂ, ਤੇ ਚੀਨ ਦੇ ਗੁਆਂਢ 'ਚ ਹੈਗਾ ਹਿੰਦੁਸਤਾਨ। ਉਹਨੂੰ ਲੱਗਦਾ ਜੇ ਸਾਡਾ ਹਿੰਦੁਸਤਾਨ ਨਾਲ ਵਧੀਆ ਸੰਬੰਧ ਹੋਊਗਾ ਤਾਂ ਅਸੀਂ ਚੀਨ ਨੂੰ ਥੋੜ੍ਹਾ ਜਿਹਾ ਬੰਨ੍ਹ ਕੇ ਰੱਖ ਸਕਦੇ ਹਾਂ। ਸੋ ਅਮਰੀਕਾ ਨੂੰ ਵੀ ਹਿੰਦੁਸਤਾਨ ਦੀ ਓਨੀ ਲੋੜ ਹੀ ਹੈ, ਹਿੰਦੁਸਤਾਨ ਨੂੰ ਅਮਰੀਕਾ ਦੀ ਲੋੜ ਇਸ ਕਰਕੇ ਹੈਗੀ ਹੈ ਵੀ ਉੱਥੋਂ ਸਾਡੀ ਜਿਹੜੀ ਹੁਣ ਨਵੀਂ ਆਰਥਿਕਤਾ ਜਿਹਨੂੰ ਅਸੀਂ ਕਹਿੰਦੇ ਹਾਂ ਫ੍ਰੀ ਮਾਰਕੀਟ ਇਕੋਨਮੀ, ਉਹ ਬਹੁਤ ਕੁਝ ਜਿਹੜੀਆਂ ਤੰਦਾਂ ਜੁੜੀਆਂ ਹੋਈਆਂ ਅਮਰੀਕਨ। ਮਦਦ ਕਿਸ ਦੀ ਕਰੂਗਾ ਜੋ ਮਦਦ ਮੰਗਦੇ ਨੇ? ਮਦਦ ਕਿਸੇ ਦੀ ਨਹੀਂ ਕਰਨਾ ਚਾਹੁੰਦੇ, ਉਹ ਅੱਡ ਰਹਿਣਾ ਚਾਹੁੰਦੇ। ਇੰਡੀਆ ਮਦਦ ਨਹੀਂ ਕਰ ਸਕਦਾ ਕਿਸੇ ਦੀ? ਨਹੀਂ, ਮਦਦ ਕਿਉਂ ਕਰਨੀ ਹੈ? ਦੁਨੀਆ 'ਚ 200 ਮੁਲਕ ਨੇ, ਸਾਰੇ ਥੋੜ੍ਹਾ ਆ ਜਾਣਗੇ ਕਿਸੇ ਦੀ ਮਦਦ ਕਰਨ, ਕੋਈ ਰੂਸ ਦੀ ਕਰਨ, ਕੋਈ ਯੂਕਰੇਨ ਦੀ। ਬਹੁਤ ਸਾਰੇ ਮੁਲਕ ਨਿਊਟਰਲ ਰਹਿੰਦੇ ਨੇ, ਇਹਨਾਂ ਨੂੰ ਨਿਊਟਰਲ ਹੀ ਰਹਿਣਾ ਚਾਹੀਦਾ। ਅੱਛਾ, ਦੂਸਰੇ ਪਾਸੇ ਚੀਨ ਨੂੰ ਦੇਖੀਏ, ਚੀਨ ਮਦਦ ਕਰ ਰਿਹਾ ਉਸ ਸਮੇਂ ਰੂਸ ਦੀ। ਫਿਰ ਚੀਨ ਤੇ ਭਾਰਤ ਤੇ ਪਾਕਿਸਤਾਨ ਨੂੰ ਕਿੱਦਾਂ ਦੇਖਣਾ ਚਾਹੀਦਾ ਜੇ ਇਹ ਗੱਲ ਅੱਗੇ ਵੱਧਦੀ ਹੈ? ਹੁਣ ਇਹ ਦੇਖੋ ਨਾ, ਇਹ ਤਾਂ ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਹੁਣ ਤੱਕ ਇਹ ਸਮਝਿਆ ਜਾਂਦਾ ਸੀ ਵੀ ਰੂਸ ਤੇ ਚੀਨ ਆਪਸ 'ਚ ਦੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਮੁਕਾਬਲੇ ਵਿੱਚ ਆਏ ਹੋਏ ਮੁਲਕ ਨੇ। ਲੇਕਿਨ ਚੀਨ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਇਹ ਸਾਰੀ ਖੇਡ ਜਿਹੜੀ ਹੈ ਅਮਰੀਕਾ ਦੀ ਖੇਡ ਹੈ, ਠੀਕ ਹੈ। ਤੇ ਜੇ ਕੱਲ ਨੂੰ ਇੱਥੇ ਆ ਕੇ ਯੂਕਰੇਨ ਵਿੱਚ ਨੇਟੋ ਦੀਆਂ ਫੋਰਸਿਸ ਬਹਿ ਜਾਂਦੀਆਂ ਨੇ, ਉਹ ਫਿਰ ਹੋਰ ਗਾਂਹ ਵਧਣਗੀਆਂ, ਫਿਰ ਹੋਰ ਗਾਂਹ ਵਧਣਗੀਆਂ, ਤੇ ਅਲਟੀਮੇਟਲੀ ਉਹਨਾਂ ਨੇ ਫਿਰ ਚੀਨ ਨੂੰ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਇਸ ਕਰਕੇ ਉਹ ਨਹੀਂ ਚਾਹੁੰਦੇ। ਪਿਛਲੇ ਕੁਝ 10-20 ਸਾਲਾਂ 'ਚ ਇਹ ਅੰਡਰਸਟੈਂਡਿੰਗ ਡਿਵੈਲਪ ਹੋ ਗਈ ਹੈ ਰੂਸ ਔਰ ਚੀਨ ਦੇ ਵਿੱਚ ਕਿ ਭਾਈ ਜਿੱਥੋਂ ਤੱਕ ਇਹ ਅਮਰੀਕਾ ਦੇ ਵਿਉਂਤਾਂ ਹੈ ਨਾ, ਇਹਨਾਂ ਨੂੰ ਥੋੜ੍ਹਾ ਜਿਹਾ ਸੰਭਾਲਣ ਵਾਸਤੇ, ਇਹਨਾਂ ਨੂੰ ਥੋੜ੍ਹਾ ਜਿਹਾ ਪਰੇ ਰੱਖਣ ਵਾਸਤੇ ਸਾਨੂੰ ਆਪਸ 'ਚ ਥੋੜ੍ਹੀ ਜਿਹੀ ਮਿਲਵਰਤੋਂ ਦੀ ਲੋੜ ਹੈ। ਇਮਰਾਨ ਖਾਨ ਗਏ ਹੋਏ ਨੇ, ਇਸ ਸਮੇਂ ਜੰਗ ਲੱਗੀ ਹੋਈ ਹੈ ਪਰ ਫਿਰ ਵੀ ਚਲੇ ਗਏ ਨੇ ਕੱਲ ਨੂੰ ਉੱਥੇ, ਤਾਂ ਜਾਣ ਦਾ ਕਾਰਨ ਕੀ ਹੋ ਸਕਦਾ? ਉਹ ਤਾਂ ਦੇਖੋ ਨਾ ਕਿ ਅਮਰੀਕਾ ਨਾਲ ਉਹਨਾਂ ਦੇ ਸੰਬੰਧ ਉਸ ਤਰ੍ਹਾਂ ਦੇ ਨਹੀਂ ਰਹੇ ਪੁਰਾਣੇ ਵਾਲੇ।
ਔਰ ਚੀਨ ਔਰ ਰੂਸ ਦੇ ਸੰਬੰਧ ਬੈਟਰ ਹੋ ਗਏ ਨੇ। ਦਰਅਸਲ ਗੱਲ ਇਹ ਹੁੰਦੀ ਹੈ ਕਿ ਹਰ ਬੰਦਾ ਜਿਹੜਾ ਹੈ ਨਾ, ਹਰ ਮੁਲਕ, ਹਰ ਬੰਦਾ, ਹਰ ਲੀਡਰ ਚਾਹੁੰਦਾ ਹੈ ਕਿ ਉਹਦੇ ਕੋਲ ਮੈਕਸਿਮਮ ਆਪਸ਼ਨਸ ਹੋਣ। ਇੱਕ ਸਮੇਂ ਤੇ ਤੁਹਾਡੇ ਕੋਲ ਆਪਸ਼ਨ ਹੁੰਦੇ ਹੀ ਨਹੀਂ, ਤੁਸੀਂ ਇੰਨੇ ਨਿਰਭਰ ਹੁੰਦੇ ਹੋ ਇੱਕ ਤੇ ਵੀ, ਉਹ ਦੋ ਕਹਿੰਦਾ ਕਿ ਤੂੰ ਦੂਜੇ ਵੱਲ ਤੁਸੀਂ ਉਹਨਾਂ ਨੂੰ ਮਤਲਬ ਮਾੜਾ ਮੋਟਾ ਵੀ ਕੁਝ ਕੋਸ਼ਿਸ਼ ਕਰੋ ਤੇ ਸ਼ੱਕ ਪੈਦਾ ਹੁੰਦਾ, ਤੁਹਾਡੇ ਸੰਬੰਧ ਵਿਗੜਦੇ ਨੇ, ਠੀਕ ਹੈ ਨਾ। ਤੇ ਅਦਰਵਾਈਜ਼ ਤੁਹਾਡੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਵੀ ਤੁਹਾਡੇ ਸਾਰੇ ਆਪਸ਼ਨਸ ਖੁੱਲ੍ਹੇ ਰਹਿਣ। ਤੇ ਇਮਰਾਨ ਖਾਨ ਨੂੰ ਕਿਉਂਕਿ ਅਮਰੀਕਾ ਤੋਂ ਉਹ ਕੁਝ ਨਹੀਂ ਮਿਲਦਾ ਜੋ ਪਹਿਲਾਂ ਪਾਕਿਸਤਾਨ ਨੂੰ ਮਿਲਦਾ ਰਿਹਾ, ਤੇ ਚੀਨ ਤੋਂ ਹੀ ਮਿਲਦਾ ਹੈ, ਤੇ ਚੀਨ ਨੂੰ ਕੋਈ ਪ੍ਰੋਬਲਮ ਨਹੀਂ ਜੇ ਰੂਸ ਨਾਲ। ਬਲਕਿ ਕੁਝ ਲੋਕ ਤਾਂ ਇਹ ਕਹਿ ਰਹੇ ਹੈ ਕਿ ਪਾਕਿਸਤਾਨ ਨੂੰ ਰੂਸ 'ਚ ਜਾਣ ਤੋਂ, ਕਿਉਂਕਿ ਬਹੁਤ ਦੇਰ ਤੋਂ ਸੰਬੰਧ ਹੈ ਹੀ ਨਹੀਂ ਸੀ ਇਹਨਾਂ ਦੇ, ਚੀਨ ਨੇ ਮਦਦ ਕੀਤੀ ਹੈ। ਚੀਨ ਨੇ ਕਿਹਾ ਕਿ ਮੈਂ ਮਿਲਵਾਉਣਾ ਤੁਹਾਨੂੰ। ਇਸ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਕੋਈ ਨੁਕਸਾਨ ਹੈਗਾ? ਨੁਕਸਾਨ ਕੀ ਜੀ, ਇਹ ਸ਼ਤਰੰਜ ਦਾ ਖੇਡ ਹੈ, ਇਹਦੇ ਵਿੱਚ ਕੋਈ ਕਿਸੇ ਦਾ ਪੱਕਾ ਦੋਸਤ ਨਹੀਂ ਹੁੰਦਾ। ਸਮੇਂ ਅਨੁਸਾਰ ਲੋਕ ਆਪਣੀਆਂ ਚਾਲਾਂ ਚੱਲਦੇ ਹੈ, ਮੁਲਕ ਚਾਲਾਂ ਚੱਲਦੇ ਹੈ। ਮਤਲਬ ਅੰਤਰਰਾਸ਼ਟਰੀ ਸੰਬੰਧਾਂ ਨੂੰ ਹਮੇਸ਼ਾ ਸ਼ਤਰੰਜ ਦੀ ਖੇਡ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਹੈ। ਭਾਰਤ ਕਿੱਥੇ ਸ਼ਤਰੰਜ ਦੀ ਚਾਲ ਵਿੱਚ? ਨਹੀਂ, ਭਾਰਤ ਕੋਈ ਮਾੜੀ ਸਥਿਤੀ 'ਚ ਨਹੀਂ ਹੈ। ਅਸੀਂ ਦੇਖੋ ਜਿਸ ਤਰ੍ਹਾਂ ਦਾ ਹੈ, ਅੱਜ ਤੋਂ 20 ਸਾਲ ਪਹਿਲਾਂ, 15 ਸਾਲ ਪਹਿਲਾਂ ਤੱਕ ਜਦੋਂ ਹਿੰਦੁਸਤਾਨ ਦੀ ਇਕਨੋਮੀ ਬਹੁਤ ਵਧੀਆ ਸਿੱਟੇ ਦਿਖਾ ਰਹੀ ਸੀ, ਤਾਂ ਦੁਨੀਆ ਭਰ ਦੇ ਸਾਰੇ ਲੋਕ, ਉਹਨਾਂ ਨੂੰ ਲੱਗਦਾ ਸੀ ਉਹ ਐਡਾ ਵੱਡਾ ਮੁਲਕ, ਇੱਥੇ ਮਤਲਬ 120 ਕਰੋੜ 130 ਕਰੋੜ ਦੀ ਮਾਰਕੀਟ ਹੈ ਜੀ, ਤੇ ਉਹ ਹਿੰਦੁਸਤਾਨ ਦੇ ਸਾਰੇ ਨੇੜੇ ਹੋਏ ਸੀ। ਹੁਣ ਹਿੰਦੁਸਤਾਨ ਦੀ ਇਕਨੋਮੀ ਥੋੜ੍ਹੀ ਜਿਹੀ ਡਾਵਾਂਡੋਲ ਹੋ ਗਈ ਪਿਛਲੇ ਦਿਨਾਂ 'ਚ, ਉਹਨੇ ਚੰਗੇ ਰਿਜ਼ਲਟ ਨਹੀਂ ਆ ਰਹੇ। ਉਹ ਥੋੜ੍ਹੇ ਜਿਹੇ ਪਹਿਲਾਂ ਵਾਲਾ ਉਹਨਾਂ 'ਚ ਉਤਸ਼ਾਹ ਹੁਣ ਘੱਟ ਨਜ਼ਰ ਆਉਂਦਾ ਹੈ। ਦਰਅਸਲ ਤਾਂ ਤੁਹਾਡੇ ਘਰ ਦਾਣੇ ਕਿੰਨੇ ਆਪਣੇ, ਇਸ 'ਤੇ ਡਿਪੈਂਡ ਕਰਦਾ ਹੁੰਦਾ। ਤੇ ਹਿੰਦੁਸਤਾਨ ਵੱਡਾ ਮੁਲਕ ਹੈ, ਹਿੰਦੁਸਤਾਨ ਕੋਲੇ ਵੀ ਸਾਧਨ ਤਾਂ ਬਹੁਤ ਹੈ। ਹਿੰਦੁਸਤਾਨ ਦੀ ਤਾਂ ਆਪਣੀ ਸਿਆਸਤ ਇੱਦਾਂ ਦੀ ਹੈ, ਜਾਂ ਸਾਡੇ ਇੱਥੇ ਸਮਝ ਲਓ ਕਿ ਸਿਸਟਮ ਦੀਆਂ ਸਮੱਸਿਆਵਾਂ ਇੱਦਾਂ ਦੀਆਂ ਨੇ ਕਿ ਕੁਝ ਬਾਬੂਗਿਰੀ ਹੈ, ਕੁਝ ਰੈਪਟਿਜ਼ਮ ਹੈ, ਕੁਝ ਕਰਪਸ਼ਨ ਹੈ, ਕੁਝ ਲੀਡਰਸ਼ਿਪ ਦੀ ਕੁਆਲਿਟੀ ਇੱਦਾਂ ਦੀ ਹੈ। ਹਿੰਦੁਸਤਾਨ 'ਚ ਤਾਂ ਇਹ ਪੋਟੈਂਸ਼ੀਅਲ ਹੈ ਕਿ ਉਹ ਬਹੁਤ ਇੱਕ ਤਕੜਾ ਵੱਡਾ ਆਗੂ ਮੁਲਕ ਬਣੇ ਦੁਨੀਆ 'ਚ। ਅੱਛਾ ਸਰ, ਮੇਰਾ ਇੱਕ ਆਖਰੀ ਸਵਾਲ ਹੈ ਕਿ ਹੁਣ ਜਿਸ ਤਰੀਕੇ ਨਾਲ ਭਾਰਤ ਦੀ ਗੱਲ ਕਰੀਏ, ਭਾਰਤ ਨੂੰ ਦੇਖਿਆ ਜਾ ਰਿਹਾ, ਜਾਂ ਹੁਣ ਰੂਸ ਤੇ ਯੂਕਰੇਨ ਨੂੰ ਦੇਖਿਆ ਜਾ ਰਿਹਾ, ਕਿ ਰੂਸ ਤੇ ਯੂਕਰੇਨ ਦੇ ਵਿੱਚ ਕੋਈ ਤੀਸਰਾ ਦੇਸ਼ ਵੀ ਯੁੱਧ ਵੱਲ ਵੱਧ ਸਕਦਾ ਹੈ, ਕਿ ਇਹ ਦੋਨਾਂ ਦੀ ਲੜਾਈ ਇੱਥੋਂ ਤੱਕ ਸੀਮਤ ਹੈ? ਇਹ ਕਹਿਣਾ ਬੜਾ ਮੁਸ਼ਕਲ ਕੰਮ ਹੈ, ਲੇਕਿਨ ਜੇ ਤੁਸੀਂ ਇਤਿਹਾਸ ਦੇਖੋ ਹੁਣ ਤੱਕ ਦਾ, ਤਾਂ ਉਹਦੇ 'ਚ ਦੇਖਣ 'ਚ ਇਹ ਆਇਆ ਹੈ ਕਿ ਜਦੋਂ ਕਿਸੇ ਵੀ ਜਗ੍ਹਾ 'ਤੇ ਯੁੱਧ ਹੁੰਦਾ ਹੈ ਤੇ ਉਹਦੇ 'ਚ ਰੂਸ ਔਰ ਅਮਰੀਕਾ ਵਿੱਚੋਂ ਇੱਕ ਪਹਿਲਾਂ ਵੜ ਜਾਂਦਾ ਹੈ, ਦੂਜਾ ਸਿੱਧੇ ਤੌਰ 'ਤੇ ਉੱਥੇ ਨਹੀਂ ਵੜਦਾ। ਦੋਨੋਂ ਦੇਸ਼ ਸਮਝੌਤਾ ਹੋ ਜਾਊਗਾ ਆਪਸ 'ਚ, ਕਿ ਕੋਈ ਤੀਜਾ ਦੇਸ਼ ਕੁੱਦੂਗਾ ਵੀ ਉਸ 'ਚ, ਕਿ ਕੋਈ ਸਮਝੌਤਾ ਕਰਵਾਉਣ ਵਾਸਤੇ ਦੇਸ਼ ਅੱਗੇ ਆਊਗਾ? ਸਮਝੌਤਾ ਕਰਾਉਣ ਵਾਸਤੇ ਨਹੀਂ, ਕੁਛ ਨਾ ਕੁਛ ਤਾਂ ਦੁਨੀਆ 'ਚ ਕੋਈ ਵੀ ਯੁੱਧ ਹੁਣ ਦੇਖੋ, ਸੈਕੰਡ ਵਰਲਡ ਵਾਰ ਤੋਂ ਬਾਅਦ ਕੋਈ ਵੀ ਯੁੱਧ ਜਿਹੜਾ ਹੈ ਉਹ ਇੰਨਾ ਲੰਬਾ ਨਹੀਂ ਚੱਲਦਾ ਹੁੰਦਾ। ਉਹ ਮਤਲਬ ਚੱਲੂਗਾ ਕੁਛ ਦਿਨ, ਉਸ ਤੋਂ ਬਾਅਦ ਕੋਈ ਸਿਕਿਉਰਿਟੀ ਕੌਂਸਲ 'ਚ ਕੋਈ ਦੋ ਮਤੇ ਪਾਸ ਹੋ ਜਾਣਗੇ, ਕੋਈ ਵਿੱਚ ਪੈ ਜਾਣਗੇ, ਕੋਈ ਕਰਵਾ ਕੇ। ਕੌਣ ਚਾਹੁੰਦਾ ਤਾਂ ਰੂਸ ਵੀ ਨਹੀਂ ਨਾ ਕਿ ਲੰਬਾ ਲੜਾਈ ਚੱਲੀ ਜਾਵੇ। ਆਰਥਿਕ ਪੱਖੋਂ ਵੀ ਨੁਕਸਾਨ ਹੁੰਦਾ, ਸਭ ਦਾ ਨੁਕਸਾਨ ਹੁੰਦਾ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਭੁਪਿੰਦਰ ਸਿੰਘ ਬਰਾੜ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਜਿਸ ਤਰੀਕੇ ਨਾਲ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇੰਟਰਵਿਊ ਦਿਖਾ ਰਹੇ ਹਾਂ, ਪੱਤਰਕਾਰ ਦਾ ਕੀ ਰੁੱਖ ਹੈ, ਬ੍ਰਿਗੇਡੀਅਰ ਦਾ ਕੀ ਰੁੱਖ ਹੈ, ਜਿਨ੍ਹਾਂ ਨੇ ਲੜਾਈਆਂ ਲੜੀਆਂ ਉਹਨਾਂ ਦਾ ਕੀ ਰੁੱਖ ਹੈ। ਪੋਲੀਟੀਕਲ ਸਾਇੰਸ ਦੇ ਤੌਰ 'ਤੇ ਤੁਹਾਨੂੰ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਉਹ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਦੀ ਜੜ ਕਿੱਥੇ ਪਈ ਹੈ। ਦੂਸਰੇ ਪਾਸੇ ਨਾਟੋ ਤੇ ਸੋਵੀਅਤ ਦੀ ਗੱਲ ਕਰੀਏ, 1991 ਵਿੱਚ ਸੋਵੀਅਤ ਸੰਘ ਟੁੱਟ ਜਾਂਦੀ ਹੈ ਤੇ ਨਾਟੋ ਬਰਕਰਾਰ ਰਹਿੰਦਾ, ਉਸ ਉੱਪਰ ਵੀ ਚਰਚਾ ਕੀਤੀ ਹੈ। ਤਾਂ ਕੋਸ਼ਿਸ਼ ਕਰਾਂਗੇ ਇਸ ਨੂੰ ਹੋਰ ਜਾਣਨ ਦੀ, ਕਿਸੇ ਹੋਰ ਤੱਥ ਨਾਲ, ਕਿਸੇ ਹੋਰ ਬੁੱਧੀਜੀਵੀ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਕੀ ਰਾਏ ਹੈ, ਕੀ ਇਸ ਸਮੇਂ ਰਾਏ ਬਣਦੀ ਪਈ ਹੈ, ਦੁਨੀਆ ਕਿਸ ਵੱਲ ਜਾ ਰਹੀ ਹੈ। ਕਿਉਂਕਿ ਕੋਈ ਕਹਦੇ ਕਿ ਹਥਿਆਰ ਹੈ, ਕੋਈ ਆਪਣੇ ਆਪ ਨੂੰ ਪਾਵਰਫੁਲ ਬਣਾਉਣ ਤੇ ਲੱਗਿਆ ਹੋਇਆ ਹੈ। ਆਖਿਰ ਇਹ ਸਮੇਂ-ਸਮੇਂ ਤੇ ਆਵਾਜ਼ ਜੰਗ ਦੀ ਉੱਠਦੀ ਕਿਉਂ ਹੈ?